ਵਿਚ ਦ ਫੋਲੋਇੰਗ ਓਕੂਪਾਈਜ਼ ਦ ਲਾਰਜੈਸਟ ਕਲਟੀਵੇਟਡ ਏਰੀਆ ਇਨ ਇੰਡੀਆ। ਇਹਨਾਂ ਕਰੋਪਸ ਦੇ ਵਿੱਚੋਂ ਰਾਜੇ ਪੁੱਛ ਰਹੇ ਕੁਐਸਚਨ ਕਿ ਇੰਡੀਆ ਦੇ ਵਿੱਚ ਲਾਰਜੈਸਟ ਏਰੀਆ, ਠੀਕ ਹੈ, ਜਿਵੇਂ ਆਪਾਂ ਇੰਡੀਆ ਦੀ ਗੱਲ ਕਰੀਏ ਪੂਰੇ ਇੰਡੀਆ ਦੀ, ਤਾਂ ਲਾਰਜੈਸਟ ਏਰੀਆ ਕਿਹੜੀ ਕਰੋਪ ਨੂੰ ਡਿਵੋਟ ਕੀਤਾ ਜਾਂਦਾ ਹੈ, ਇਹ ਕੁਐਸਚਨ ਪੁੱਛ ਰਿਹਾ ਹੈ। ਤਾਂ ਇਹਦਾ ਲੌਜੀਕਲ ਜਿਹਾ ਆਨਸਰ ਆਏਗਾ ਰਾਜੇ ਰਾਈਸ। ਆਪਣੇ ਇੰਡੀਆ ਦੇ ਵਿੱਚ ਰਾਜੇ ਸਭ ਤੋਂ ਜ਼ਿਆਦਾ ਜਿਹੜਾ ਰਾਈਸ ਦੀ ਪ੍ਰੋਡਕਸ਼ਨ ਹੁੰਦੀ ਹੈਗੀ ਹੈ ਏਰੀਆ ਵਾਈਜ਼, ਠੀਕ ਹੈ, ਤਾਂ ਸਭ ਤੋਂ ਜ਼ਿਆਦਾ ਏਰੀਆ ਦੇ ਉੱਪਰ ਰਾਈਸ ਦੀ ਹੀ ਪ੍ਰੋਡਕਸ਼ਨ ਹੁੰਦੀ ਹੈ। ਤੁਸੀਂ ਖੁਦ ਕਾਮਨ ਸੈਂਸ ਲਗਾਓ ਬੱਚੇ, ਯੂਪੀ ਬਿਹਾਰ, ਠੀਕ ਹੈ, ਜਿਹੜਾ ਇਹ ਆਪਣਾ ਗੰਗਾ ਯਮੁਨਾ ਵਾਲੀ ਬੈਲਟ ਹੈਗੀ ਹੈ, ਈਵਨ ਸਾਡੀ ਪੰਜਾਬ ਹਰਿਆਣਾ ਦੇ ਵਿੱਚ ਆਪਾਂ ਜੀਰੀ ਲਗਾਉਂਦੇ ਹਾਂ, ਹੈ ਨਾ, ਤਾਂ ਰਾਈਸ ਕਾਫੀ ਜਗ੍ਹਾ ਤੋਂ ਜ਼ਿਆਦਾ ਪ੍ਰੋਡਿਊਸ ਹੁੰਦਾ ਹੈਗਾ। ਮੇਜਰ ਪੋਰਸ਼ਨ ਆਫ ਇੰਡੀਆ 'ਤੇ ਰਾਈਸ ਪ੍ਰੋਡਿਊਸ ਹੁੰਦਾ ਹੈਗਾ, ਤਾਂ ਡੈਫੀਨੇਟਲੀ ਆਪਣਾ ਆਨਸਰ ਰਾਈਸ ਹੀ ਆਏਗਾ, ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਰਾਜੇ ਸਿਰਫ ਆਪਾਂ ਦੇਖ ਵੀ ਲੈਂਦੇ ਹਾਂ, ਦੇਖੋ ਇਹ ਜਿਹੜਾ ਸਾਰਾ ਰੀਜਨ ਹੈ ਇਹ ਗੰਗਾ ਯਮੁਨਾ ਵਾਲੀ ਬੈਲਟ ਹੈਗੀ ਹੈ ਸਾਰੀ, ਜਿਹੜੀ ਬਹੁਤ ਹੀ ਫਰਟਾਈਲ ਲੈਂਡ ਹੈਗੀ ਹੈ, ਠੀਕ ਹੈ, ਇੱਥੇ ਸਾਰੀ ਰਾਈਸ ਪ੍ਰੋਡਕਸ਼ਨ ਹੁੰਦੀ ਹੈਗੀ, ਰਾਈਸ ਪ੍ਰੋਡਕਸ਼ਨ ਏਰੀਆ, ਠੀਕ ਹੈ। ਜਿਹੜਾ W ਲਿਖਿਆ ਹੋਇਆ ਇਹਦਾ ਮਤਲਬ ਹੈ ਵੀ ਕੁਛ ਵੀਟ ਵੀ ਹੁੰਦੀ ਹੈ, ਠੀਕ ਹੈ, ਜਿਵੇਂ ਆਪਣੇ ਪੰਜਾਬ ਹਰਿਆਣਾ ਵਾਲੇ ਰੀਜਨ ਦੇ ਵਿੱਚ ਇਨ ਜਨਰਲ ਤਾਂ ਵੀਟ ਦਿਖਾਇਆ ਹੋਇਆ ਇਸ ਮੈਪ ਦੇ ਉੱਪਰ, ਬਟ ਇੱਥੇ ਆਪਾਂ ਨੂੰ ਪਤਾ ਰਾਈਸ ਵੀ ਹੁੰਦਾ ਹੈਗਾ, ਠੀਕ ਹੈ, ਤਾਂ ਇੱਥੇ ਵੀ ਰਾਈਸ ਵੀ ਹੁੰਦਾ ਹੈਗਾ। ਤਾਂ ਬਿਲਕੁਲ ਦੇਖੋ ਸਾਰਾ ਰੀਜਨ ਇਹ ਵੀ ਰਾਈਸ ਵਾਲਾ ਰੀਜਨ ਹੈ, ਠੀਕ ਹੈ, ਤਾਂ ਰੀਜਨ ਮਤਲਬ ਰਾਈਸ ਦਾ ਸਭ ਤੋਂ ਜ਼ਿਆਦਾ ਹੈਗਾ, ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦਾ, ਠੀਕ ਹੈ ਜੀ। ਰਾਈਸ ਦਾ ਰੀਜਨ ਸਭ ਤੋਂ ਜ਼ਿਆਦਾ ਹੈ ਕੰਟਰੀ ਦੇ ਵਿੱਚ, ਜਿੱਥੇ ਰਾਈਸ ਲਿਖਿਆ ਹੋਇਆ ਰਾਈਸ, ਠੀਕ ਹੈ, ਤਾਂ ਬਿਲਕੁਲ ਰਾਈਸ ਦਾ ਰੀਜਨ ਸਭ ਤੋਂ ਜ਼ਿਆਦਾ ਏਰੀਆ ਵਾਈਜ਼। ਇਸ ਤੋਂ ਇਲਾਵਾ ਰਾਜੇ ਜਿਹੜੀ ਮੈਂ ਗੱਲ ਕਰਾਂ ਕਿ ਰਾਈਸ ਦੀ ਪ੍ਰੋਡਕਸ਼ਨ ਹੈਗੀ ਜਿਹੜੀ ਦੁਨੀਆ ਦੇ ਵਿੱਚ, ਇੰਡੀਆ ਸੈਕਿੰਡ ਨੰਬਰ 'ਤੇ ਆਉਂਦਾ ਹੈਗਾ, ਇੰਡੀਆ ਸੈਕਿੰਡ ਨੰਬਰ 'ਤੇ ਆਉਂਦਾ ਜਦੋਂ ਆਪਾਂ ਗੱਲ ਕਰਦੇ ਹਾਂ ਰਾਈਸ ਦੀ ਪ੍ਰੋਡਕਸ਼ਨ ਦੀ, ਠੀਕ ਹੈ, ਟੋਟਲ ਕੁਆਂਟੀਟੀ ਆਫ ਪ੍ਰੋਡਕਸ਼ਨ ਕਿੰਨੀ ਪ੍ਰੋਡਿਊਸ ਕਰਦੇ ਆਪਾਂ, ਤਾਂ ਸੈਕਿੰਡ ਨੰਬਰ 'ਤੇ ਆਉਂਦਾ ਹੈ ਆਫਟਰ ਚਾਈਨਾ ਨੰਬਰ 1 'ਤੇ ਆਉਂਦਾ ਹੈ। ਜੇ ਗੱਲ ਕਰਾਂ ਬੱਚੇ ਮੈਂ ਐਕਸਪੋਰਟ ਦੀ, ਤਾਂ ਇੰਡੀਆ ਦਾ ਰੈਂਕ ਆਉਂਦਾ ਹੈ ਨੰਬਰ 1 'ਤੇ, ਫਸਟ ਰੈਂਕ ਆਉਂਦਾ ਜਦੋਂ ਆਪਾਂ ਗੱਲ ਕਰਦੇ ਹਾਂ ਐਕਸਪੋਰਟ ਦੀ, ਵੀ ਐਕਸਪੋਰਟਰ ਕੌਣ ਹੈ, ਲਾਰਜੈਸਟ ਐਕਸਪੋਰਟਰ ਆਫ ਰਾਈਸ, ਤਾਂ ਆਪਣਾ ਇੰਡੀਆ ਫਸਟ ਰੈਂਕ 'ਤੇ ਆਉਂਦਾ ਹੈ ਲਾਰਜੈਸਟ ਐਕਸਪੋਰਟਰ ਆਫ ਰਾਈਸ ਦੇ ਵਿੱਚ, ਠੀਕ ਹੈ, ਤਾਂ ਇਹ ਵੀ ਇੰਪੋਰਟੈਂਟ ਬਹੁਤ ਹੈ। ਇੰਡੀਆ ਦੇ ਵਿੱਚ ਰਾਜ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਰਾਈਸ ਪ੍ਰੋਡਿਊਸ ਹੁੰਦਾ ਹੈਗਾ। ਜੇ ਆਪਾਂ ਸਟੇਟ ਵਾਈਜ਼ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਰਾਈਸ ਪ੍ਰੋਡਿਊਸ ਹੁੰਦਾ ਇੰਡੀਆ ਦੇ ਵਿੱਚ, ਠੀਕ ਹੈ ਜੀ। ਤਾਂ ਬਿਲਕੁਲ ਆਪਣਾ ਆਨਸਰ ਰਾਈਸ ਹੀ ਆਏਗਾ ਕਿ ਲਾਰਜੈਸਟ ਕਲਟੀਵੇਟਡ ਏਰੀਆ ਇੰਡੀਆ ਦੇ ਵਿੱਚ ਰਾਈਸ ਦੇ ਅੰਡਰ ਹੀ ਆਉਂਦਾ ਹੈਗਾ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ, ਹਾਊ ਮੈਨੀ ਟਾਈਮ ਜਨਰਲ ਸਾਇੰਸ ਦੇ ਵਿੱਚ ਕੁਐਸਚਨ ਹੈਗਾ, ਹਾਊ ਮੈਨੀ ਟਾਈਮਸ ਅ ਸੋਲੂਸ਼ਨ ਆਫ pH ਵੈਲਿਊ 3 ਬੀ ਡਾਇਲੂਟਡ ਟੂ ਗੈਟ ਅ ਸੋਲੂਸ਼ਨ ਆਫ pH ਵੈਲਿਊ 6। ਸਭ ਤੋਂ ਪਹਿਲਾਂ pH ਦਾ ਆਪਾਂ ਨੂੰ ਮਤਲਬ ਪਤਾ ਹੋਣਾ ਚਾਹੀਦਾ, ਇਹਦੇ ਫੁੱਲ ਫਾਰਮ ਹੈ ਪਾਵਰ ਆਫ ਹਾਈਡਰੋਜਨ ਆਇਨ ਬੇਸਿਕਲੀ, ਠੀਕ ਹੈ। ਤਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰਾਜ ਜਿੰਨੀ pH ਘੱਟ ਹੋਏਗੀ, ਮੰਨ ਲਓ ਆ pH ਦਾ ਸਕੇਲ ਹੈ pH 0 1 2 3, ਜਿੰਨੀ pH ਘੱਟ ਹੈ ਬੱਚੇ ਉਹ ਐਸਿਡਿਕ ਸੋਲੂਸ਼ਨ ਹੈਗਾ, ਠੀਕ ਹੈ, ਸੋਲੂਸ਼ਨ ਐਸਿਡਿਕ। ਜਿੰਨੀ pH ਜ਼ਿਆਦਾ ਹੋਏਗੀ ਉਹਨਾਂ ਉਹ ਬੇਸਿਕ ਬਣੇਗਾ, ਠੀਕ ਹੈ। 14 pH ਸਭ ਤੋਂ ਜ਼ਿਆਦਾ ਬੇਸਿਕ ਹੋਏਗਾ, ਜਿਹੜਾ 7 ਹੁੰਦਾ ਰਾਜੇ ਆਪਣਾ ਪਾਣੀ, ਜਿਵੇਂ ਉਹ pH ਨਿਊਟਰਲ ਹੁੰਦਾ, pH 7 ਮਤਲਬ ਨਿਊਟਰਲ ਹੋਣਾ, ਐਸਿਡਿਕ ਨਾ ਹੀ ਬੇਸਿਕ, ਨਿਊਟਰਲ। ਜੇ 7 ਤੋਂ ਘੱਟ ਗਿਆ ਰਾਜੇ 6 5, ਇਹ ਸਾਰੇ ਐਸਿਡਿਕ ਨੇਗੇ, ਜੇ ਅਗਰ ਇਸ ਤੋਂ 7 ਤੋਂ ਇੰਕਰੀਜ਼ ਹੋ ਗਿਆ ਤਾਂ ਦੈਟ ਮੀਨ ਸਾਰੇ ਇਹ ਬੇਸਿਕ ਜਾਂ ਫਿਰ ਐਲਕਲਾਈਨ ਨੇਗੇ। ਤਾਂ ਆਪਾਂ ਨੂੰ ਪੁੱਛ ਰਿਹਾ ਰਾਜੇ ਕੁਐਸਚਨ ਵਿੱਚ ਕਿ ਹਾਊ ਮੈਨੀ ਟਾਈਮਸ ਦਾ ਸੋਲੂਸ਼ਨ, ਆਪਣੇ ਕੋਲ ਇੱਕ pH 3 ਦਾ ਸੋਲੂਸ਼ਨ ਸੀ, ਉਹਨੂੰ pH 6 ਬਣਾਤਾ, ਤਾਂ ਇੱਥੋਂ ਸਾਨੂੰ ਇਹ ਤਾਂ ਪਤਾ ਲੱਗਿਆ ਵੀ ਇਹ ਬੇਸਿਕ ਬਣਿਆ, ਪਹਿਲਾਂ ਇਹ ਐਸਿਡਿਕ ਸੀਗਾ, ਠੀਕ ਹੈ, ਤੇ ਹੁਣ ਇਹਦੀ ਐਸਿਡਿਸਿਟੀ ਜਿਹੜੀ ਘਟਾਈ ਗਈ ਹੈਗੀ ਬੇਸਿਕਲੀ pH 3 ਤੋਂ। ਜਦੋਂ ਅਸੀਂ 6 ਵੱਲ ਮੂਵ ਕਰਾਂਗੇ ਤਾਂ ਆਪਾਂ ਇੱਧਰ ਮੂਵ ਕਰ ਰਹੇ ਹਾਂ, ਰਾਈਟ ਹੈਂਡ ਸਾਈਡ ਮੂਵ ਕਰ ਰਹੇ ਹਾਂ, ਤਾਂ ਆਪਾਂ ਨੇ ਚਾਰਟ ਦੇ ਵਿੱਚ ਦੇਖਿਆ ਸੀ ਜਦੋਂ ਵੀ ਅਸੀਂ ਰਾਈਟ ਹੈਂਡ ਸਾਈਡ ਮੂਵ ਕਰਦੇ ਹਾਂ ਦੈਟ ਮੀਨਸ ਅਸੀਂ ਉਹਦੀ ਐਸਿਡਿਸਿਟੀ ਡਿਕਰੀਜ਼ ਕਰ ਰਹੇ ਹਾਂ। ਜੇ ਲੈਫਟ ਹੈਂਡ ਸਾਈਡ ਜਾਵਾਂਗੇ ਰਾਜੇ ਐਸਿਡਿਸਿਟੀ ਜਿਹੜੀ ਕੀ ਹੋਊਗੀ, ਇੰਕਰੀਜ਼ ਹੋਊਗੀ, ਜੇ ਆਪੋਜ਼ਿਟ ਜਾਵਾਂਗੇ ਓਬਵੀਅਸਲੀ ਡਿਕਰੀਜ਼ ਹੋਊਗੀ। ਤਾਂ pH 3 ਤੋਂ pH 6 ਵੱਲ ਜਾਂਦੇ ਹੋਏ ਐਸਿਡਿਸਿਟੀ ਡਿਕਰੀਜ਼ ਹੋਊਗੀ, ਪਹਿਲੀ ਗੱਲ ਸਾਨੂੰ ਕਾਮਨ ਸੈਂਸ ਤੋਂ ਇਹ ਸਮਝ ਆਉਣਾ ਚਾਹੀਦਾ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਰਾਜੇ pH 3 ਦਾ ਕੀ ਮਤਲਬ ਹੈ, pH 3 ਦਾ ਮਤਲਬ ਹੈ ਵੀ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਕਿੰਨੀ ਹੈ ਉਹਦੇ ਵਿੱਚ, ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ 10⁻³ ਹੈਗੀ, ਠੀਕ ਹੈ, ਪਹਿਲੀ ਗੱਲ ਤਾਂ ਇਹਦਾ ਮਤਲਬ ਹੈ pH 3 ਦਾ। pH 6 ਦਾ ਕੀ ਮਤਲਬ ਹੈ ਕਿ ਉਹਦੀ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਕਿੰਨੀ ਹੈ, 10⁻⁻⁶ ਇਹ ਆਏਗਾ, ਠੀਕ ਹੈ। ਤਾਂ ਅਗਰ ਆਪਾਂ -6 ਮਾਈਨਸ ਕੱਟਾਂਗੇ ਰਾਜੇ 3 ਉੱਪਰ ਆ ਜਾਏਗਾ, ਤਾਂ ਆਪਣੇ ਕੋਲ ਆਨਸਰ ਆ ਜਾਏਗਾ 1000 ਟਾਈਮਸ। ਤਾਂ ਮਤਲਬ ਕੀ ਹੈ, ਇਹਦਾ ਫਾਰਮੂਲਾ ਹੈਗਾ ਬੇਸਿਕਲੀ ਡਾਇਲਿਊਸ਼ਨ ਦਾ। ਡਾਇਲਿਊਟ ਕਰਨਾ ਮਤਲਬ ਕੀ ਹੁੰਦਾ ਬੱਚੇ, ਪਾਣੀ ਪਾਣਾ, ਠੀਕ ਹੈ। ਮੰਨ ਲਓ ਇਹ ਬੀਕਰ ਹੈਗਾ, ਇਹ ਬੀਕਰ ਦੇ ਵਿੱਚ ਕੁਛ ਐਸਿਡਿਕ ਸੋਲੂਸ਼ਨ ਪਿਆ ਹੈ। ਐਸਿਡਿਕ ਸੋਲੂਸ਼ਨ ਦਾ ਕੀ ਮਤਲਬ ਹੈ ਵੀ ਉਹਦੇ ਵਿੱਚ ਐਸਿਡ ਵੀ ਹੈਗਾ ਔਰ ਪਾਣੀ ਵੀ ਹੈਗਾ, ਠੀਕ ਹੈ, ਇਹ ਹੈਗਾ ਐਸਿਡਿਕ ਸੋਲੂਸ਼ਨ। ਹੁਣ ਰਾਜੇ ਇਹਦੀ ਮੰਨ ਲਓ ਵੈਲਿਊ ਹੈਗੀ ਹੈ pH 3, ਤਾਂ ਇਹ ਪੁੱਛ ਰਿਹਾ ਵੀ ਕਿੰਨਾ ਪਾਣੀ ਹੋਰ ਐਡ ਕਰੀਏ, ਕਿੰਨਾ ਅਸੀਂ ਨਿਊਟਰਲ ਵਾਟਰ ਹੋਰ ਐਡ ਕਰੀਏ, ਕਿੰਨਾ ਇਹਨੂੰ ਡਾਇਲਿਊਟ ਹੋਰ ਕਰੀਏ ਕਿ ਜਿਹੜੀ pH ਸਾਡੀ 6 ਬਣ ਜੇ, ਇਹ ਚੀਜ਼ ਪੁੱਛੀ ਗਈ ਹੈ। ਤਾਂ ਸਾਡਾ ਆਨਸਰ ਆਏਗਾ ਜੀ ਇਹਨੂੰ ਡਾਇਲਿਊਟ ਤੁਸੀਂ 1000 ਟਾਈਮਸ ਕਰੋ, 1000 ਟਾਈਮ ਡਾਇਲਿਊਸ਼ਨ ਕਰੋ, ਫਿਰ ਤੁਹਾਡੀ pH ਵੈਲਿਊ 3 ਤੋਂ pH 6 ਵੱਲ ਵਧੇਗੀ, ਠੀਕ ਹੈ। ਥੋੜਾ ਜਿਹਾ ਹੋਰ ਦੇਖੋ, ਇਹਦਾ ਫਾਰਮੂਲਾ ਬੇਸ ਸੀਗਾ ਕਿ ਜਿਹੜੀ ਓਰੀਜਨਲ ਤੁਹਾਡੀ ਕਿੰਨੀ ਸੀਗੀ, ਓਰੀਜਨਲ 10⁻³ ਸੀ, ਯਾਨੀ ਕਿ pH 3 ਸੀ, ਉਦੋਂ ਬਾਅਦ 'ਚੋਂ ਆਪਣੇ ਬਣਾਉਣੀ ਕਿੰਨੀ ਸੀਗੀ, pH 6 ਬਣਾਉਣੀ ਸੀ, ਯਾਨੀ ਕਿ 10⁻⁻⁶। ਤਾਂ ਆਪਣੀ 1000 ਟਾਈਮ ਡਾਇਲਿਊਸ਼ਨ ਆ ਗਈ, ਇਹ ਤਾਂ ਆਪਣੇ ਕਰ ਲਿਆ ਇੱਥੋਂ। ਤੇ ਥੋੜਾ ਜਿਹਾ ਲੌਜੀਕਲੀ ਹੋਰ ਸਮਝੀਏ ਬੱਚੇ, ਆਪਾਂ ਲੇਮੈਨ ਲੈਂਗੁਏਜ ਦੇ ਵਿੱਚ
ਜਿਹੜੀ pH 6 ਦੀ ਵੈਲਿਊ ਹੈ ਰਾਜੇ, pH 6 ਦੀ ਵੈਲਿਊ, ਠੀਕ ਹੈ, ਜੇ ਮੈਂ ਇਹਨੂੰ pH 5 ਨਾਲ ਕੰਪੇਅਰ ਕਰਾਂ, ਇੱਕ ਵੈਲਿਊ ਨਾਲ ਮਤਲਬ ਇੱਕ ਵੈਲਿਊ ਨਾਲ ਕੰਪੇਅਰ ਕਰਾਂ ਜਿਹੜਾ ਇੱਕ ਡਿਜਿਟ ਘੱਟ ਹੈਗਾ, ਜਸਟ 6 ਤੇ 5 ਦੇ ਵਿੱਚ ਜਿਹੜਾ ਡਿਫਰੈਂਸ ਹੈ, ਜਿਹਨੂੰ ਮੈਂ ਕੰਪੇਅਰ ਕਰਾਂ ਤਾਂ pH 5 ਕੀ ਹੋਊਗਾ, 10 ਟਾਈਮਸ ਮੋਰ ਐਸਿਡਿਕ ਹੋਊਗਾ pH 6 ਨਾਲੋਂ। ਧਿਆਨ ਨਾਲ ਸੁਣੋ ਦੁਬਾਰਾ, ਜਿਹੜੀ ਰਾਜੇ ਹੁਣ ਆਪਾਂ ਇਹ ਕਹਿ ਰਹੇ ਵੀ ਲੈਫਟ ਹੈਂਡ ਸਾਈਡ ਜਾਂਦੇ ਹੋਏ ਆਪਾਂ ਐਸਿਡਿਸਿਟੀ ਆਪਣੀ ਇੰਕਰੀਜ਼ ਹੁੰਦੀ ਹੈ, ਤਾਂ ਮਤਲਬ 5 ਦੀ ਜ਼ਿਆਦਾ ਐਸਿਡਿਸਿਟੀ ਹੋਊਗੀ 6 ਤੋਂ, ਇਹ ਸਾਨੂੰ ਸਮਝ ਆਉਂਦਾ ਹੈ। ਕਿੰਨੀ ਜ਼ਿਆਦਾ ਹੋਊਗੀ, 10 ਟਾਈਮਸ ਹੋਊਗੀ, ਠੀਕ ਹੈ। ਮਤਲਬ ਕੀ ਹੈ, 5 ਜਿਹੜੀ pH 5 ਹੈ that will be 10 times more acidic than pH 6, ਠੀਕ ਹੈ। ਉਸੇ ਤਰ੍ਹਾਂ 5 ਤੋਂ 4 ਕਿੰਨਾ ਹੋਊਗਾ, ਅਗੇਨ ਇਹ ਵੀ 10 ਗੁਣਾ ਹੋਊਗਾ, ਠੀਕ ਹੈ। ਤਾਂ ਮਤਲਬ pH 4 is equal to more 10 times more acidic than pH 5। ਜੇ ਮੈਂ 6 ਨਾਲ ਕੰਪੇਅਰ ਕਰਨਾ ਜੇ pH 4 ਨੂੰ, ਤਾਂ pH 4 will be 100 times, ਧਿਆਨ ਦੇਣਾ ਇਸ ਚੀਜ਼ ਤੇ, pH 4 will be 100 times more acidic than pH 6। ਜੇ ਮੈਂ ਉਹੀ ਗੱਲ ਕਰਾਂ ਬੱਚੇ pH 3 ਦੀ, ਤਾਂ pH 3 will be 1000 times more acidic than pH 6। ਇਹ ਬਹੁਤ ਇੰਪੋਰਟੈਂਟ ਹੈ। ਜਸਟ ਇੱਕ ਡਿਜਿਟ ਦੇ ਨਾਲ 10 ਟਾਈਮਸ ਡਾਇਲੂਸ਼ਨ ਦਾ, 10 ਟਾਈਮਸ ਐਸਿਡਿਸਿਟੀ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ, ਠੀਕ ਹੈ। ਤਾਂ ਡਾਇਲੂਸ਼ਨ ਵੀ ਆਪਣੀ 1000 ਟਾਈਮਸ ਆਏਗੀ ਕਿ ਹਾਂਜੀ ਅਸੀਂ 1000 ਵਾਰੀ ਡਾਇਲੂਟ ਕਰਾਂਗੇ, 1000 ਵਾਰ ਡਾਇਲੂਟ ਕਰਾਂਗੇ, ਫਿਰ ਕਿਤੇ ਜਾ ਕੇ ਆਪਣੀ pH 3 ਤੋਂ pH 6 ਤੋਂ pH 3 ਬਣੇਗੀ ਆਪਣੀ, ਠੀਕ ਹੈ, ਅਗਰ 1000 ਵਾਰੀ ਡਾਇਲੂਟ ਕਰਾਂਗੇ। ਔਰ ਲੇਮੈਨ ਲੈਂਗੁਏਜ ਦੇ ਵਿੱਚ ਵੀ ਅਸੀਂ ਦੇਖ ਲਿਆ ਕਿ ਜਿਹੜੀ ਐਸਿਡਿਸਿਟੀ ਹੈ 10 ਗੁਣਾ ਇੰਕਰੀਜ਼ ਹੋ ਜਾਂਦੀ ਹੈ ਇੱਕ ਡਿਜਿਟ ਦੇ ਨਾਲ, ਠੀਕ ਹੈ। pH 6 ਤੋਂ pH 5 ਵੱਲ ਜਾਂਦੇ ਹੋਏ ਐਸਿਡਿਸਿਟੀ 10 ਗੁਣਾ ਇੰਕਰੀਜ਼ ਹੋ ਜੂਗੀ, ਧਿਆਨ ਦੇਣਾ। pH 6 ਤੋਂ pH 3 ਵੱਲ ਜਾਂਦੇ ਹੋਏ ਐਸਿਡਿਸਿਟੀ 1000 ਗੁਣਾ ਇੰਕਰੀਜ਼ ਹੋ ਜਾਏਗੀ, 1000 ਗੁਣਾ, ਠੀਕ ਹੈ। ਇਹੀ ਪੁਆਇੰਟ ਆਪਣਾ ਇੱਥੇ ਹੈਗਾ, ਠੀਕ ਹੈ ਜੀ। ਆਈ ਹੋਪ ਰਾਜੇ ਕਲੀਅਰ ਹੋ ਗਈ ਹੋਣੀ ਚੀਜ਼। ਚਲੋ ਤਾਂ ਅਗੇਨ ਸਾਇੰਸ ਦੇ ਵਿੱਚੋਂ ਹੀ ਕੁਐਸਚਨ ਹੈਗਾ, ਵਿਚ ਦ ਫੋਲੋਇੰਗ ਇਜ਼ ਅ ਸਲਫਾਈਡ ਔਰ, ਸਲਫਾਈਡ ਔਰ ਯਾਨੀ ਕਿ ਅਸੀਂ ਸਲਫਰ, ਔਰ ਦਾ ਮਤਲਬ ਕੀ ਹੁੰਦਾ ਬੱਚੇ, ਮਤਲਬ ਜਿੱਥੋਂ ਅਸੀਂ ਮਿਨਰਲ ਐਕਸਟਰੈਕਟ ਕਰ ਲੈਂਦੇ ਹਾਂ, ਠੀਕ ਹੈ। ਅਸੀਂ ਰਾਜੇ ਸੋਰਸਿਸ ਪੜ੍ਹਦੇ ਹੁੰਦੇ ਹਾਂ, ਜਿਹੜੀਆਂ ਰੋਕਸ ਐਂਡ ਮਿਨਰਲਸ ਪੜ੍ਹਦੇ ਹੁੰਦੇ ਹਾਂ, ਤਾਂ ਔਰ ਇੱਕ ਰੋਕ ਹੈ ਇੱਕ ਤਰ੍ਹਾਂ ਦੀ ਜਿਹਦੇ ਵਿੱਚੋਂ ਅਸੀਂ ਉਹ ਮਿਨਰਲ ਕੱਢਦੇ ਹਾਂ ਜਿਹੜਾ ਅਸੀਂ ਯੂਜ਼ ਕਰ ਸਕੀਏ, ਠੀਕ ਹੈ। ਸਲਫਰ ਦਾ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ, ਸਲਫਰ ਦਾ ਯੂਜ਼ ਕਰਦੇ ਹਾਂ, ਬਟ ਸਲਫਾਈਡ ਔਰ ਦਾ ਨਹੀਂ ਕਰ ਸਕਦੇ, ਠੀਕ ਹੈ। ਤਾਂ ਸਲਫਾਈਡ ਔਰ ਤੋਂ ਸਾਨੂੰ ਸਲਫਰ ਨਿਕਾਲਣਾ ਪਊਗਾ, ਫਿਰ ਅਸੀਂ ਸਲਫਰ ਦਾ ਯੂਜ਼ ਕਰ ਸਕਦੇ ਹੁੰਦੇ ਹਾਂ। ਬੇਸਿਕਲੀ ਵੈਸੇ ਰਾਜੇ ਲੈਂਡ ਦੇ ਉੱਪਰ, ਧਰਤੀ ਦੇ ਉੱਪਰ ਜਿਹੜੀ ਕੀ ਹੈ ਸਲਫਰ ਦੀ ਬੜੇ ਘੱਟ ਰਿਸੋਰਸਿਸ ਨੇਗੇ, ਮੈਕਸਿਮਮ ਸਲਫਰ ਸਾਨੂੰ ਸਮੁੰਦਰ ਦੇ ਵਿੱਚੋਂ ਹੀ ਮਿਲਦਾ ਹੈਗਾ, ਠੀਕ ਹੈ। ਜਿਵੇਂ ਜਿਹੜਾ ਗਲਫ ਆਫ ਮੈਕਸੀਕੋ ਹੈਗਾ, ਠੀਕ ਹੈ, ਗਲਫ ਆਫ ਮੈਕਸੀਕੋ, ਉੱਥੇ ਕਾਫੀ ਜਿਹੜੇ ਸਲਫਰ ਦੇ ਰਿਸੋਰਸਿਸ ਹੁੰਦੇ ਨੇ ਆਪਣੇ ਕੋਲੇ। ਚਲੋ ਦੈਟਸ ਅ ਪਾਰਟ, ਇਹ ਤਾਂ ਚਲੋ ਆਪਣੇ ਗੱਲ ਕਰ ਲਈ ਕਿ ਹਾਂਜੀ ਸਮੁੰਦਰ ਦੇ ਵਿੱਚ ਜ਼ਿਆਦਾ ਸਲਫਰ ਮਿਲਦਾ ਆਪਾਂ ਨੂੰ ਮੈਕਸਿਮਮ, ਬਟ ਸਟਿਲ ਜਿਹੜਾ ਕਿ ਆਪਣੇ ਕੋਲ ਔਰ ਹੈਗੀ ਆ ਉਹ ਦੇਖ ਲੈਂਦੇ ਆਪਾਂ, ਸਲਫਾਈਡ ਔਰ। ਇਹਨਾਂ ਦੇ ਵਿੱਚੋਂ ਕਿਹੜੀ ਔਰ ਜਿਹੜੀ ਹੈਗੀ ਹੈ ਸਲਫਾਈਡ ਔਰ ਹੈ, ਯਾਨੀ ਕਿ ਉਹਦੇ ਵਿੱਚੋਂ ਆਪਾਂ ਸਲਫਰ ਨਿਕਾਲ ਸਕਦੇ ਹੁੰਦੇ ਹਾਂ। ਬੌਕਸਾਈਟ ਬਿਲਕੁਲ ਗਲਤ ਹੈ ਰਾਜੇ, ਬੌਕਸਾਈਟ ਕਿਹਦੀ ਔਰ ਹੈ ਰਾਜੇ, ਇਹ ਐਲੂਮੀਨੀਅਮ ਦੀ ਹੈ, ਐਲੂਮੀਨੀਅਮ ਦੀ, ਠੀਕ ਹੈ। ਹੈਮੇਟਾਈਟ ਵੀ ਬਿਲਕੁਲ ਗਲਤ ਹੈ, ਕਾਹਦੀ ਔਰ ਹੈ ਰਾਜੇ, ਇਹ ਆਇਰਨ ਦੀ ਔਰ ਹੈਗੀ ਹੈ, ਠੀਕ ਹੈ। ਕਾਪਰਾਈਟ ਨਾਮ ਤੋਂ ਪਤਾ ਲੱਗ ਰਿਹਾ ਕਾਹਦੀ ਹੈ ਰਾਜੇ, ਕਾਪਰ ਦੀ ਔਰ ਹੈਗੀ ਹੈ ਇਹ, ਯਾਨੀ ਕਿ ਇਹਨਾਂ ਔਰਸ ਤੋਂ ਇਹ ਵਾਲੇ ਜਿਹੜੇ ਐਲੀਮੈਂਟਸ ਆਪਾਂ ਮਿਨਰਲਸ ਨਿਕਾਲ ਸਕਦੇ ਹੁੰਦੇ ਹਾਂ, ਮੈਟਲਸ ਨਿਕਾਲ ਸਕਦੇ ਹਾਂ। ਆਇਰਨ ਪਾਇਰਾਈਟ ਰਾਜੇ, ਇਹ ਇੰਪੋਰਟੈਂਟ, ਇਹੀ ਆਨਸਰ ਆਪਣਾ ਆਇਰਨ ਪਾਇਰਾਈਟ, ਜਿਹਦਾ ਕਿ ਫਾਰਮੂਲਾ ਹੈਗਾ FeS2। ਆਇਰਨ ਸਲਫਾਈਡ ਵੀ ਕਹਿ ਦਿੰਦੇ ਹਾਂ, ਆਇਰਨ ਪਾਇਰਾਈਟ ਨੂੰ ਆਪਾਂ ਆਇਰਨ ਸਲਫਾਈਡ ਵੀ ਕਹਿ ਦਿੰਦੇ ਹਾਂ, ਜਾਂ ਇਕੱਲਾ ਪਾਇਰਾਈਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ ਬੇਸਿਕਲੀ ਵਿੱਚ ਆਇਰਨ ਦੇ ਨਾਲ ਸਲਫਾਈਡ ਵੀ ਹੁੰਦਾ ਆਪਣੇ ਕੋਲੇ, ਤੇ ਇਹੀ ਜਿਹੜਾ ਸਲਫਾਈਡ ਆਇਨ ਹੈਗਾ ਇਹਦੇ ਤੋਂ ਹੀ ਅਸੀਂ ਕੀ ਕਰਦੇ ਹਾਂ ਬੱਚੇ, ਸਲਫਰ ਐਕਸਟਰੈਕਟ ਕਰਦੇ ਹੁੰਦੇ ਹਾਂ, ਠੀਕ ਹੈ। ਤਾਂ ਕਰਕੇ ਆਪਣਾ ਇੱਕ ਇੰਪੋਰਟੈਂਟ ਸੋਰਸ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਸੋਰਸ ਨਹੀਂ ਹੈਗਾ, ਬਟ ਸਟਿਲ ਇਹਦੇ ਵਿੱਚੋਂ ਆਪਾਂ ਸਲਫਰ ਨਿਕਾਲ ਸਕਦੇ ਹੁੰਦੇ ਹਾਂ, ਆਇਰਨ ਸਲਫਾਈਡ। ਔਰ ਬੱਚੇ ਇਹਨੂੰ ਆਇਰਨ ਸਲਫਾਈਡ ਨੂੰ ਅਸੀਂ ਫੂਲਸ ਗੋਲਡ ਵੀ ਕਹਿ ਦਿੰਦੇ ਹਾਂ ਲੇਮੈਨ ਲੈਂਗੁਏਜ ਦੇ ਵਿੱਚ, ਕਿਉਂਕਿ ਇਹਦਾ ਟੈਕਸਚਰ ਗੋਲਡ ਵਰਗਾ ਹੁੰਦਾ ਹੈ, ਬਟ ਇੰਨਾ ਯੂਜ਼ਫੁਲ ਨਹੀਂ ਹੁੰਦਾ ਇਹ, ਠੀਕ ਹੈ। ਗੋਲਡ ਦੇ ਆਪਾਂ ਨੂੰ ਪਤਾ ਯੂਜ਼ੇਜ ਓਬਵੀਅਸਲੀ, ਬਟ ਜਿਹੜਾ ਆਇਰਨ ਪਾਇਰੇਟ ਹੈ, ਇਹ ਇਕੱਲਾ ਪਾਇਰੇਟ ਹੈ ਜਾਂ ਆਇਰਨ ਸਲਫਾਈਡ ਹੈ FeS2, ਤਾਂ ਇਹਦੇ ਕੋਈ ਐਡੇ ਯੂਜ਼ੇਜ ਨਹੀਂ ਹੈਗੇ, ਇਸ ਕਰਕੇ ਇਹਨੂੰ ਫੂਲਸ ਗੋਲਡ ਕਿਹਾ ਜਾਂਦਾ ਹੈ, ਵੀ ਦਿਖਦਾ ਗੋਲਡ ਹੈ ਬਟ ਹੈ ਨਹੀਂ ਉਹਦੇ ਵਰਗਾ, ਠੀਕ ਹੈ, ਉਹ ਚੀਜ਼ ਹੈਗੀ ਹੈ। ਤਾਂ ਬਿਲਕੁਲ ਇਹ ਸਾਡੀ ਹੈਗੀ ਹੈ ਸਲਫਾਈਡ ਔਰ ਹੈਗੀ ਹੈ ਰਾਜੀ, ਆਇਰਨ ਪਾਇਰਾਈਟ ਜਾਂ ਫਿਰ ਇਕੱਲਾ ਪਾਇਰਾਈਟ ਜਾਂ ਫਿਰ ਆਇਰਨ ਸਲਫਾਈਡ, ਠੀਕ ਹੈ, ਤਿੰਨੋਂ ਹੀ ਨਾਮ ਲੈ ਸਕਦੇ ਹਾਂ। ਨੈਕਸਟ, ਮੈਟਲ ਵਿਚ ਇਜ਼ ਅ ਕੌਨਸਟੀਟੂਐਂਟ ਆਫ ਹੀਮੋਗਲੋਬਿਨ। ਹੀਮੋਗਲੋਬਿਨ ਰਾਜੀ ਆਪਣੇ ਬਲੱਡ ਦੇ ਵਿੱਚ ਹੀਮੋਗਲੋਬਿਨ ਹੁੰਦਾ, ਆਪਾਂ ਨੂੰ ਪਤਾ ਹੈ, ਠੀਕ ਹੈ। ਹੁਣ ਹੀਮੋਗਲੋਬਿਨ ਦੇ ਵਿੱਚ ਇੱਕ ਮੈਟਲ ਹੁੰਦਾ, ਉਹ ਪੁੱਛ ਰਿਹਾ ਕਿਹੜਾ। ਵੈਸੇ ਤਾਂ ਦੇਖੋ ਆਪਾਂ ਨੂੰ ਪਤਾ ਹੀ ਹੈ ਰਾਜੀ, ਜਿਹੜਾ ਹੀਮ ਗਰੁੱਪ ਹੈਗਾ, ਹੀਮ ਗਰੁੱਪ ਇਹ ਬੇਸਿਕਲੀ ਆਇਰਨ ਦੇ ਨਾਲ ਹੀ ਕੰਸਰਨਡ ਹੈਗਾ, ਠੀਕ ਹੈ। ਆਇਰਨ ਹੁੰਦਾ ਬੇਸਿਕਲੀ ਇਹਦੇ ਵਿੱਚ, ਠੀਕ ਹੈ। ਔਰ ਇਹ ਵਾਲਾ ਜਿਹੜਾ ਹੀਮ ਗਰੁੱਪ ਹੈ ਜਾਂ ਆਇਰਨ ਹੈ ਜਾਂ ਹੀਮੋਗਲੋਬਿਨ ਹੈ, ਬੇਸਿਕਲੀ ਇਹ ਆਕਸੀਜਨ ਨੂੰ ਡਿਜ਼ੋਲਵ ਕਰਨ ਵਾਸਤੇ ਹੁੰਦਾ ਰਾਜੇ, ਠੀਕ ਹੈ। ਜਿਹੜੀ ਸਾਡੇ ਬੋਡੀ ਦੇ ਵਿੱਚ ਆਕਸੀਜਨ ਕੈਰਿੰਗ ਹੁੰਦੀ ਹੈ, ਮਤਲਬ ਅਸੀਂ ਤਾਂ ਦੇਖੋ ਜਿਹੜੇ ਨੋਜ਼ ਨਾਲ ਆਕਸੀਜਨ ਇਨਹੇਲ ਕਰ ਲਈ, ਹੁਣ ਜਿਹੜੀ ਬਲੱਡ ਦੇ ਵਿੱਚ ਜਾਂ ਬੋਡੀ ਦੇ ਵਿੱਚ ਸਾਰੀ ਸਰਕੂਲੇਸ਼ਨ ਹੁੰਦੀ ਹੈ, ਉਹ ਬਲੱਡ ਦੇ ਥਰੂ ਹੀ ਹੁੰਦੀ ਹੈ। ਬੋਡੀ ਦੇ ਵਿੱਚ ਆਕਸੀਜਨ ਦੀ ਸਰਕੂਲੇਸ਼ਨ ਬਟ ਬਲੱਡ ਦੇ ਥਰੂ ਹੀ ਹੁੰਦੀ ਹੈ। ਬਲੱਡ ਦੇ ਵਿੱਚ ਹੀਮੋਗਲੋਬਿਨ ਹੁੰਦਾ, ਹੀਮੋਗਲੋਬਿਨ ਦੇ ਵਿੱਚ
ਆਕਸੀਜਨ ਡਿਜ਼ੋਲਵ ਕਰਦੀ ਹੈ, ਫਿਰ ਇਸੇ ਹੀਮੋਗਲੋਬਿਨ ਦੇ ਨਾਲ ਸਾਰੀ ਬੋਡੀ ਦੇ ਵਿੱਚ ਆਪਣੀ ਆਕਸੀਜਨ ਸਰਕੂਲੇਟ ਕਰਦੀ ਹੈ। ਠੀਕ ਹੈ, ਤਾਂ ਇਹ ਬਹੁਤ ਇੰਪੋਰਟੈਂਟ ਹੀਮੋਗਲੋਬਿਨ ਪਾਰਟ ਹੈ ਆਪਣੇ ਬੋਡੀ ਦੇ ਵਿੱਚ, ਬਲੱਡ ਦੇ ਵਿੱਚ, ਤਾਂ ਉਹਦਾ ਕਨਸਟੀਟਿਊਐਂਟ ਹੈਗਾ ਆਇਰਨ। ਠੀਕ ਹੈ, ਇਹ ਵੀ ਇੰਪੋਰਟੈਂਟ ਹੈ। ਚਲੋ, ਦ ਗ੍ਰੇਟੈਸਟ ਇੰਪੈਕਟ ਔਨ ਇਨਵਾਇਰਮੈਂਟ ਆਫ ਅਰਥ ਹੈਜ਼ ਬੀਨ ਫਰੋਮ, ਦੇਖੋ ਵੈਸੇ ਤਾਂ EVS ਦਾ ਕੁਐਸਚਨ ਹੈ, ਬਟ ਸਟਿਲ ਕਾਮਨ ਸੈਂਸ ਦਾ ਕੁਐਸਚਨ ਮੈਂ ਇਹਨੂੰ ਕਹਾਂਗਾ। ਠੀਕ ਹੈ, ਤੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਆਪਣੇ ਵਾਤਾਵਰਨ ਨੂੰ, ਆਪਣੀ ਜਲਵਾਯੂ ਨੂੰ, ਧਰਤੀ ਦੇ ਉੱਪਰ ਕਿਹਨੇ ਇੰਪੈਕਟ ਸਭ ਤੋਂ ਜ਼ਿਆਦਾ ਕੀਤਾ ਹੈ? ਐਟੋਮਿਕ ਬਲਾਸਟ, ਕੋਈ ਐਡੀ ਗੱਲਬਾਤ ਨਹੀਂ ਹੈਗੀ। ਠੀਕ ਹੈ, ਬੜੇ ਸਪੋਰਾਡਿਕ, ਬੜੇ ਮਤਲਬ ਫਰਿੰਜ ਐਲੀਮੈਂਟਸ ਹੁੰਦੇ ਨੇ ਜਿਹੜੇ ਕਿ ਮਤਲਬ ਇੱਦਾਂ ਹੁੰਦੇ ਨੇਗੇ, ਕਦੇ ਕਦੇ ਹੀ ਹੁੰਦਾ ਐਟੋਮਿਕ ਬਲਾਸਟ, ਕੋਈ ਐਡਾ ਮੇਜਰ ਇੰਪੈਕਟ ਨਹੀਂ ਪਾ ਸਕਦੀ ਇਹ ਚੀਜ਼ਾਂ। ਠੀਕ ਹੈ, ਮਤਲਬ ਜਦੋਂ ਛੋਟੇ ਸਕੇਲ 'ਤੇ ਹੋਣ ਓਬਵੀਅਸਲੀ। ਹਿਊਮਨ ਐਕਟੀਵਿਟੀ, ਤਾਂ ਰਾਜੇ ਇਹੀ ਆਂਸਰ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਹਿਊਮਨ ਐਕਟੀਵਿਟੀ ਜਿਹੜੀ ਅਸੀਂ ਹਰ ਚੀਜ਼ ਕਰ ਰਹੇ ਹਾਂ, ਈਵਨ ਐਟੋਮਿਕ ਬਲਾਸਟ ਵਗੈਰਾ ਵੀ, ਇਹ ਵੀ ਇੱਕ ਹਿਊਮਨ ਐਕਟੀਵਿਟੀ ਹੈ। ਠੀਕ ਹੈ, ਤਾਂ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਵਾਤਾਵਰਨ ਨੂੰ ਇੰਪੈਕਟ ਕੀਤਾ ਸਾਡੀ ਹਿਊਮਨ ਐਕਟੀਵਿਟੀ ਨੇ ਕੀਤਾ। ਅਸੀਂ ਰਾਜੇ ਡੀਫੋਰੈਸਟੇਸ਼ਨ ਕਰ ਰਹੇ ਹਾਂ, ਅਸੀਂ ਡੈਮਸ ਬਣਾ ਰਹੇ ਹਾਂ, ਐਨ ਨੰਬਰ ਆਫ ਅਦਰ ਥਿੰਗਸ ਕਰ ਰਹੇ ਹਾਂ, ਪੋਲਿਊਸ਼ਨ ਕਰ ਰਹੇ ਹਾਂ, ਇੰਡਸਟਰੀ ਲਗਾ ਰਹੇ ਹਾਂ, ਤਾਂ ਇਹਨਾਂ ਨਾਲ ਸਾਡੀ ਗਲੋਬਲ ਵਾਰਮਿੰਗ ਹੋ ਰਹੀ ਹੈ, ਹੋਰ ਇਨਵਾਇਰਮੈਂਟ ਪੋਲਿਊਟ ਹੋ ਰਿਹਾ, ਨਦੀਆਂ ਪੋਲਿਊਟ ਹੋ ਰਹੀਆਂ ਨੇਗੀਆਂ। ਠੀਕ ਹੈ, ਲੈਂਡ ਪੋਲਿਊਟ ਹੋ ਰਹੀ ਹੈ, ਤਾਂ ਸਾਰਾ ਜਿਹੜਾ ਇਨਵਾਇਰਮੈਂਟ ਹੈ ਇਸ ਨਾਲ ਇੰਪੈਕਟ ਹੋ ਰਿਹਾ ਹਿਊਮਨ ਐਕਟੀਵਿਟੀ ਨਾਲ। ਤਾਂ ਆਂਸਰ ਬਿਲਕੁਲ 2 ਆਉਣਾ ਚਾਹੀਦਾ ਰਾਜੇ, ਹਿਊਮਨ ਐਕਟੀਵਿਟੀ। ਠੀਕ ਹੈ, ਈਵਨ ਕੈਮੀਕਲ ਪੋਲਿਊਸ਼ਨ ਇਹ ਵੀ ਅਸੀਂ ਕਰ ਰਹੇ ਹਾਂ, ਹਿਊਮਨ ਐਕਟੀਵਿਟੀ ਇਹ ਵੀ ਇੱਕ ਤਰ੍ਹਾਂ ਦੀ। ਠੀਕ ਹੈ, ਸੋਲਰ ਰੇਡੀਏਸ਼ਨ ਨਾਲ ਕੋਈ ਐਡਾ ਫਰਕ ਨਹੀਂ ਪੈ ਰਿਹਾ ਹੈਗਾ, ਹਾਂ ਬਿਲਕੁਲ ਫਰਕ ਪੈਂਦਾ, ਬਟ ਬੜੇ ਮਾਈਨਰ ਸਕੇਲ ਦੇ ਉੱਪਰ, ਜਿਹੜਾ ਕਿ ਹਜ਼ਾਰਾਂ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਕਦੇ। ਠੀਕ ਹੈ, ਬਟ ਹਿਊਮਨ ਐਕਟੀਵਿਟੀ ਦੇ ਨਾਲ ਸਾਨੂੰ ਕੁਝ 100 ਸਾਲਾਂ ਦੇ ਵਿੱਚ ਹੀ ਡਰਾਸਟਿਕ ਚੇਂਜ ਦੇਖਣ ਨੂੰ ਮਿਲ ਗਿਆ ਹੈਗਾ। ਠੀਕ ਹੈ, ਤਾਂ ਡੈਫੀਨਿਟਲੀ ਹਿਊਮਨ ਐਕਟੀਵਿਟੀ ਦਾ ਆਂਸਰ ਆਏਗਾ। ਚਲੋ, ਪੋਲਿਟੀ ਦੇ ਵਿੱਚੋਂ ਕੁਐਸਚਨ ਹੈ ਰਾਜੇ, ਸੋਸ਼ਲ ਸਟੱਡੀਜ਼ ਦੇ ਵਿੱਚੋਂ ਕੁਐਸਚਨ ਹੈ, SS ਦੇ ਵਿੱਚੋਂ ਕੁਐਸਚਨ ਹੈਗਾ। ਠੀਕ ਹੈ, ਆਬਜੈਕਟਿਵਸ ਰੈਜ਼ੋਲੂਸ਼ਨ ਸਾਊਟ ਟੂ ਗਿਵ ਰੈਜ਼ੀਡਿਊਰੀ ਪਾਵਰਸ। ਠੀਕ ਹੈ, ਪਹਿਲੀ ਗੱਲ ਤਾਂ ਸਾਨੂੰ ਆਬਜੈਕਟਿਵ ਰੈਜ਼ੋਲੂਸ਼ਨ ਬਾਰੇ ਪਤਾ ਹੋਣਾ ਚਾਹੀਦਾ ਰਾਜੇ। ਬੱਚੇ, ਸਾਡੀ ਇੱਕ ਕੌਂਸਟੀਟਿਊਐਂਟ ਅਸੈਂਬਲੀ ਬਣਾਈ ਸੀ ਅਸੀਂ। ਠੀਕ ਹੈ, ਜਿਹਨੇ ਕਿ ਸੰਵਿਧਾਨ ਲਿਖਿਆ ਸੀਗਾ ਜਾਂ ਸੰਵਿਧਾਨ ਦੇ ਉੱਪਰ ਡਿਬੇਟ ਕੀਤੀ ਸੀਗੀ। ਠੀਕ ਹੈ, ਸੰਵਿਧਾਨਿਕ ਅਸੈਂਬਲੀ ਬੇਸਿਕਲੀ ਆਪਾਂ ਕਹਿੰਦੇ ਹਾਂ। ਕਦੋਂ ਬਣੀ ਸੀ ਰਾਜੇ? ਪਹਿਲੀ ਮੀਟਿੰਗ ਕਦੋਂ ਹੋਈ ਸੀ ਇਹਦੀ? 9 ਦਸੰਬਰ 1946 ਦੇ ਵਿੱਚ। ਇਸ ਤਰੀਕ ਨੂੰ ਰਾਜੇ ਪਹਿਲੀ ਮੀਟਿੰਗ ਹੋਈ ਸੀ ਇਸ ਅਸੈਂਬਲੀ ਦੀ। ਠੀਕ ਹੈ, ਜਿਹਨੇ ਫਿਰ ਸੰਵਿਧਾਨ ਲਿਖਣ ਦੀ ਬਾਅਦ 'ਚੋਂ ਡਿਬੇਟਸ ਵਗੈਰਾ ਕੀਤੀਆਂ ਸੀਗੀਆਂ। ਔਰ ਪਹਿਲੀ ਅਸੈਂਬਲੀ ਤੋਂ ਬਾਅਦ ਰਾਜੇ 13 ਦਸੰਬਰ ਨੂੰ, ਠੀਕ ਹੈ, 13 ਦਸੰਬਰ ਨੂੰ ਜਵਾਹਰ ਲਾਲ ਨਹਿਰੂ ਦੁਆਰਾ, ਇਹ ਵੀ ਇੰਪੋਰਟੈਂਟ ਹੈ, ਜਵਾਹਰ ਲਾਲ ਨਹਿਰੂ ਦੁਆਰਾ ਜਿਹੜੀ ਇਹ ਆਬਜੈਕਟਿਵ ਰੈਜ਼ੋਲੂਸ਼ਨ ਹੈ ਮੂਵ ਕੀਤੀ ਗਈ। ਆਬਜੈਕਟਿਵ ਰੈਜ਼ੋਲੂਸ਼ਨ, ਦੇਖੋ ਨਾਮ ਤੋਂ ਪਤਾ ਲੱਗ ਰਿਹਾ ਆਬਜੈਕਟਿਵ, ਵੀ ਸਾਡਾ ਕੀ ਮਕਸਦ ਹੈ, ਕੀ ਸਾਡਾ ਏਮ ਹੈ, ਅਸੀਂ ਆਪਣੇ ਦੇਸ਼ ਨੂੰ ਕਿਵੇਂ ਲੈ ਕੇ ਜਾਣਾ ਹੈ। ਦੇਖੋ ਆਜ਼ਾਦੀ ਦੇ ਬਿਲਕੁਲ ਨੇੜੇ ਹਾਂ ਅਸੀਂ। ਠੀਕ ਹੈ, ਤੇ ਅਸੀਂ ਆਪਣਾ ਸੰਵਿਧਾਨ ਲਿਖਣ ਜਾ ਰਹੇ ਹਾਂ। ਠੀਕ ਹੈ, ਹੁਣ ਸੰਵਿਧਾਨ ਲਿਖਣ ਜਾ ਰਹੇ ਹਾਂ, ਤੇ ਉਸ ਤੋਂ ਪਹਿਲਾਂ ਹੀ ਜਸਟ ਦੇਖੋ ਥੋੜ੍ਹੇ ਦਿਨਾਂ ਬਾਅਦ ਹੀ, ਮਤਲਬ ਚੌਥੇ ਦਿਨ ਹੀ, ਜਸਟ ਪਹਿਲੀ ਮੀਟਿੰਗ ਤੋਂ ਚੌਥੇ ਦਿਨ ਹੀ ਅਸੀਂ ਆਪਣਾ ਇੱਕ ਨਿਸ਼ਚਾ ਨਿਰਧਾਰਿਤ ਕਰ ਲਿਆ ਵੀ ਹਾਂਜੀ ਅਸੀਂ ਸੰਵਿਧਾਨ ਕਿਸ ਤਰ੍ਹਾਂ ਦਾ ਚਾਹੁੰਦੇ ਹਾਂ, ਅਸੀਂ ਆਪਣਾ ਦੇਸ਼ ਕਿਸ ਤਰ੍ਹਾਂ ਦਾ ਚਾਹੁੰਦੇ ਹਾਂ। ਠੀਕ ਹੈ, ਜਿਹੜਾ ਆਜ਼ਾਦ ਭਾਰਤ ਹੋਣ ਵਾਲਾ ਕਿਸ ਤਰ੍ਹਾਂ ਦਾ ਹੋਏਗਾ, ਤਾਂ ਉਹ ਕੁਝ ਸਾਡਾ ਆਬਜੈਕਟਿਵ ਸੀਗਾ, ਕੁਝ ਇਹ ਜਿਹਾ ਮਤਾ ਪਾਸ ਕੀਤਾ ਵੀ ਹਾਂਜੀ ਅਸੀਂ ਕੀ ਚਾਹੁੰਦੇ ਹਾਂ ਚੀਜ਼ਾਂ ਤੋਂ। ਠੀਕ ਹੈ, ਤਾਂ ਉਹਦਾ ਨਾਮ ਹੀ ਰੱਖਿਆ ਗਿਆ ਆਬਜੈਕਟਿਵ ਰੈਜ਼ੋਲੂਸ਼ਨ। ਇਹਦੇ ਵਿੱਚ ਬੇਸਿਕਲੀ ਕੀ ਹੋਣਾ ਚਾਹੀਦਾ ਬੱਚੇ, ਕਿ ਸਾਡੇ ਦੇਸ਼ ਦੇ ਵਿੱਚ ਇਕੁਐਲਿਟੀ ਹੋਏਗੀ। ਠੀਕ ਹੈ, ਫਰੈਟਰਨਿਟੀ ਹੋਏਗੀ, ਲਿਬਰਟੀ ਹੋਏਗੀ। ਠੀਕ ਹੈ, ਮਤਲਬ ਅਸੀਂ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਵਾਂਗੇ, ਅਸੀਂ ਸਾਰੇ ਰਲ ਮਿਲ ਕੇ ਰਹਾਂਗੇ, ਬ੍ਰਦਰਹੁੱਡ ਹੋਏਗਾ। ਤਾਂ ਮਤਲਬ ਇਹ ਜਿਹੀਆਂ ਫੈਂਸੀ ਚੀਜ਼ਾਂ ਸੀਗੀਆਂ ਆਪਣੀਆਂ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ। ਠੀਕ ਹੈ, ਈਵਨ ਰਾਜੇ ਆਬਜੈਕਟਿਵ ਰੈਜ਼ੋਲੂਸ਼ਨ ਦਾ ਹੀ ਬਦਲਿਆ ਹੋਇਆ ਰੂਪ ਅੱਜ ਦਾ ਸਾਡਾ ਆਪਣਾ ਪ੍ਰੀਐਂਬਲ ਹੈਗਾ। ਪ੍ਰੀਐਂਬਲ ਰਾਜੇ ਆਪਾਂ 5-6 ਕੁਐਸਚਨ ਐਟਲੀਸਟ ਇਸ ਕੁਐਸਚਨ ਦੇ ਵਿੱਚ ਸੋਲਵ ਕਰਨੇ ਆ। ਠੀਕ ਹੈ, ਜੋ ਕਿ ਅਕਸਰ ਪੁੱਛੇ ਜਾਂਦੇ ਨੇ। ਪਹਿਲੀ ਗੱਲ ਤਾਂ ਰਾਜੇ ਜਿਹੜੀ ਸੰਵਿਧਾਨਿਕ ਅਸੈਂਬਲੀ ਦੀ ਪਹਿਲੀ ਮੀਟਿੰਗ ਇਸ ਤਰੀਕ ਨੂੰ ਹੋਈ। ਆਬਜੈਕਟਿਵ ਰੈਜ਼ੋਲੂਸ਼ਨ ਕਦੋਂ ਮੂਵ ਹੋਈ? ਇਸ ਤਰੀਕ ਨੂੰ ਹੋਈ। ਕਿਹਨੇ ਮੂਵ ਕੀਤੀ? ਨਹਿਰੂ ਸਾਹਿਬ ਨੇ ਮੂਵ ਕੀਤੀ। ਆਬਜੈਕਟਿਵ ਰੈਜ਼ੋਲੂਸ਼ਨ ਦਾ ਅੱਜ ਦਾ ਰੂਪ ਕੀ ਹੈ ਰਾਜੇ? ਪ੍ਰੀਐਂਬਲ ਆਫ ਕਨਸਟੀਟਿਊਸ਼ਨ ਹੈਗਾ। ਠੀਕ ਹੈ, ਤਾਂ ਇਹ ਸਾਰਾ ਕੁਝ ਆਪਾਂ ਕੁਐਸਚਨ ਕਰਨਾ ਰਾਜੇ, ਧਿਆਨ ਨਾਲ ਜਿਹੜੀ ਵੀ ਗੱਲ ਕਹਿ ਰਹੇ ਉਹਨੂੰ ਧਿਆਨ ਨਾਲ ਸੁਣਨਾ ਜਾਂ ਨੋਟ ਡਾਊਨ ਕਰ ਲਿਆ ਕਰੋ ਤੁਸੀਂ ਆਪਣਾ ਕਾਪੀ ਪੈਨ ਲੈ ਕੇ। ਠੀਕ ਹੈ, ਤਾਂ ਹੁਣ ਰਾਜੇ ਕੁਐਸਚਨ ਪੁੱਛ ਰਿਹਾ ਜਿਹੜੀਆਂ ਰਾਜੇ ਰੈਜ਼ੀਡਿਊਰੀ ਪਾਵਰਸ ਨੇਗੀਆਂ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲੇ 7th ਸ਼ਡਿਊਲ ਹੈ। ਅਗਰ ਤੁਸੀਂ ਪੋਲਿਟੀ ਪੜ੍ਹੀ ਹੈ ਥੋੜ੍ਹੀ ਬਹੁਤ, ਤਾਂ 7th ਸ਼ਡਿਊਲ ਹੈਗਾ ਸਾਡੇ ਕੋਲੇ, ਜਿਹਦੇ ਵਿੱਚ ਕੀ ਅਸੀਂ ਨਿਰਧਾਰਿਤ ਕਰਦੇ ਹਾਂ ਕਿ ਕੇਂਦਰ ਸਰਕਾਰ ਕਿਹੜੀ ਚੀਜ਼ਾਂ ਦੇ ਉੱਪਰ ਲਾਅ ਬਣਾ ਸਕਦੀ ਹੈ, ਸਟੇਟ ਕਿਹੜੀ ਚੀਜ਼ਾਂ ਦੇ ਉੱਪਰ ਬਣਾ ਸਕਦੀ ਹੈ। ਠੀਕ ਹੈ, 7th ਸ਼ਡਿਊਲ ਹੈ, ਯੂਨੀਅਨ ਲਿਸਟ ਹੈ, ਸਟੇਟ ਲਿਸਟ ਹੈ, ਔਰ ਇੱਕ ਕੌਨਕਰੈਂਟ ਲਿਸਟ ਹੈਗੀ ਹੈ। ਠੀਕ ਹੈ, ਇਹ 3 ਸਾਡੀਆਂ ਲਿਸਟਾਂ ਨੇਗੀਆਂ ਵੀ ਕੇਂਦਰ ਸਰਕਾਰ ਇਹਨਾਂ ਵਿਸ਼ਿਆਂ 'ਤੇ ਕੰਮ ਕਰ ਸਕਦੀ ਹੈ, ਸਟੇਟ ਸਰਕਾਰ ਇਹਨਾਂ ਵਿਸ਼ਿਆਂ 'ਤੇ ਕੰਮ ਕਰ ਸਕਦੀ ਹੈ, ਔਰ ਕੌਨਕਰੈਂਟ ਲਿਸਟ ਐਸੀ ਲਿਸਟ ਹੈ ਜਿਨ੍ਹਾਂ ਦੇ ਉੱਪਰ ਕੇਂਦਰ ਅਤੇ ਸਰਕਾਰ ਦੋਨੇ ਹੀ ਕਦੇ ਨਾ ਕਦੇ ਆਪਣਾ ਕੰਮ ਕਰ ਸਕਦੇ ਨੇ, ਕਦੇ ਜਿਹੜੇ ਲਾਅ ਵਗੈਰਾ ਜਾਂ ਹੋਰ ਜਿਹੜੇ ਰੂਲਸ ਰੈਗੂਲੇਸ਼ਨ ਹੈ ਉਹ ਬਣਾ ਸਕਦੀ ਹੈ। ਇਹਨਾਂ ਤੋਂ ਇਲਾਵਾ ਬੱਚੇ ਹੁਣ ਦੇਖੋ ਇਹ ਤਾਂ ਆਪਾਂ ਨੇ ਲਿਸਟਾਂ ਦੇ ਵਿੱਚ ਲਿਖਤਾ, ਕੁਛ ਨਾ ਕੁਛ ਸਬਜੈਕਟ ਲਿਖਤੇ। ਹੁਣ ਜ਼ਰੂਰੀ ਤਾਂ ਹੈ ਨਹੀਂ ਵੀ ਦੁਨੀਆ ਦੀ ਹਰ ਚੀਜ਼ ਇਹਨਾਂ ਲਿਸਟਾਂ ਦੇ ਵਿੱਚ ਲਿਖੀ ਜਾਵੇ। ਠੀਕ ਹੈ, ਹੋ ਸਕਦਾ ਕੁਛ ਰਹਿ ਵੀ ਜਾਵੇ। ਹੁਣ ਜਿਹੜੀ ਉਹ ਚੀਜ਼ ਰਹਿ ਗਈ ਇਹਨਾਂ ਲਿਸਟਾਂ ਦੇ ਵਿੱਚ ਨਹੀਂ ਲਿਖੀ ਗਈ, ਜਿਹੜੀ ਉਹਨੂੰ ਅਸੀਂ ਕਹਿ ਦਿੰਦੇ ਹਾਂ ਰੈਜ਼ੀਡਿਊਰੀ ਪਾਵਰਸ। ਦੇਖੋ ਇੱਥੋਂ ਆਪਾਂ ਨੇ ਲਿਖਤਾ ਵੀ ਇਹ ਕੇਂਦਰ ਦੀਆਂ ਇਹ ਪਾਵਰਸ ਨੇਗੀਆਂ, ਸਟੇਟ ਦੀਆਂ ਇਹ ਪਾਵਰਸ ਨੇ, ਦੋਨਾਂ ਦੀਆਂ ਇਹ ਪਾਵਰਸ ਨੇ। ਤਾਂ ਰੈਜ਼ੀਡਿਊਰੀ ਪਾਵਰਸ ਉਹ ਹੋਣੇ ਜਿਹੜੀਆਂ ਇਹਦੇ ਵਿੱਚ ਨਹੀਂ ਲਿਖੀਆਂ ਗਈਆਂ।
और अज की साडी सिचुएशन ये है कि रेजोल्यूटरी पावर किहदे कोल ने राजे, केंद्र सरकार कोल ने, गवर्नमेंट ऑफ इंडिया कोल ने, मोदी साहब कोल ने, ठीक है, यानी कि पार्लीमेंट कोल ने बेसिकली रेजोल्यूटरी पावर्स। तो अज का राजे केंद्र कोल ने। बट जो ऑबजैक्टिव रेजोल्यूशन असीं मूव किया जवाहर लाल नेहरू ने, तो वो साडा एम की सी, साडे असीं की सोचा सी भी किहनूं देने चाहिए ने रेजोल्यूटरी पावर, तो ये क्वेश्चन पूछ रहा। तो उस टाइम राजे रेजोल्यूटरी पावर असीं सोचा सी भी प्रोविंशियल गवर्नमेंट यानी कि स्टेट गवर्नमेंट नूं देने बारे सोचा सीगा असीं, ठीक है। ऑबजैक्टिव रेजोल्यूशन दे विच रेजोल्यूटरी पावर नूं प्रोविंशियल गवर्नमेंट नूं दिता गया सी, ये ध्यान रखना तुसीं, ठीक है, बहुत बहुत इंपॉर्टेंट है, क्योंकि अज दे सिनेरियो नाल डिफरेंट है। अज का सिनेरियो की है कि जिहड़ी रेजोल्यूटरी पावर ने वो केंद्र सरकार कोल ने या पार्लीमेंट कोल ने, ठीक है। बट ऑबजैक्टिव रेजोल्यूशन के कहा गया कि रेजोल्यूटरी पावर प्रोविंशियल गवर्नमेंट यानी कि स्टेट गवर्नमेंट को होनी चाहिए सी, ठीक है जी। तो यह थोड़ा जिहा डिफरेंस है, अपने काफ़ी डिटेल के कर ला जी हर चीज़ के, ठीक है। चलो नेक्स्ट क्वेश्चन, इन 1977 अंडर हुज चेयरमैनशिप पंचायती राज कमेटी वॉज फॉर्मड। राजे पंचायती राज इंस्टीट्यूशन सानू पता है 73rd तो 74th अमेंडमेंट के नाल इनू कॉन्स्टिट्यूशनल स्टेटस भी मिल गया सीगा 1992 के विच, ठीक है। बट उस तो पहला संविधानिक स्टेटस मिलने तो पहला ये जिहड़े पंचायती राज इंस्टीट्यूशन साडे कोले आ चुके थे, ठीक है, एग्जिस्टेंस में आ चुके थे। ईवन 1959 के साडा पहला जिहड़ा पंचायती राज इंस्टीट्यूशन सीगा कित्थे बणिया सी राजे, नगौर दे विच, नगौर राजस्थान दे विच, ठीक है। तो पहला जिहड़ा साडी पंचायती राज इंस्टीट्यूशन सी इस स्टेट दे विच नगौर डिस्ट्रिक्ट दे विच बन चुकिया सीगा, ठीक है। तो हुण उन्हां कुछ कमेटीज़ असीं बिठाई गई सी टाइम टू टाइम भी इन्हां पंचायती राज इंस्टीट्यूशनस नूं होर अच्छी तरह इवॉल्व करने वास्ते कुछ असीं कमेटियां बिठाई गई जिन्होंने कि सिफारिशां टाइम टू टाइम दित्तियां। तो पूछ रहे 1977 के किहड़ी कमेटी बिठाई गई सी, तो उसदा आंसर आएगा राजे पहली गल तो अशोक मेहता कमेटी, ठीक है। अशोक मेहता कमेटी राजे 1977 के बिठाई थी जिहड़ी कि पंचायती राज संस्थावां वास्ते बनाई सी, ठीक है। थोड़ा जिहा आपां होर देख लैंदे हां होर भी किहड़ियां कमेटियां सीगियां। सब तो पहलां तो राजे 1957 के विच बलवंत राय मेहता कमेटी, बलवंत राय मेहता कमेटी, ठीक है। फिर 77 के जिवें आपां हुणे कीता बच्चे, ये किहड़ी कमेटी है, अशोक मेहता कमेटी, अशोक मेहता कमेटी। फिर 85 के विच असीं बिठाई बच्चे GVK राव कमेटी, GVK राव कमेटी। फिर 86 के विच असीं बिठाई बच्चे राजीव गांधी सरकार के अंडर LM सिंघवी कमेटी, LM सिंघवी, ठीक है। ये चार कमेटियां राजे इंपॉर्टेंट ने, इदों अलावा भी होर बहुत बढ़ाइया ने, बट ये चार साडे एग्जाम वास्ते इंपॉर्टेंट ने 57 के 77 के 85 के 86 के, ठीक है। हुण इन्हां नूं याद करने का तरीका की है बच्चे, निमोनिक की है BAGL, बागल, ठीक है। तो बागल निमोनिक नाल असीं याद रखांगे कि बलवंत राय मेहता कमेटी, अशोक मेहता कमेटी, GVK राव कमेटी तो LM सिंघवी कमेटी, ठीक है। 57, 77, 85, 86, ठीक है। ये आपां याद रखांगे सीक्वेंस इन्हां दी, ठीक है। क्वेश्चन कई बार ये भी आ जाता है कि पहला किहड़ी कमेटी सी, बाद दे विच किहड़ी कमेटी सी। तो बागल निमोनिक तो असीं कदे भुल्लांगे नहीं भी किहड़ी कमेटी कदों बिठाई सी, पहला बाद दे विच कदों, ठीक है। ये चीज़ आपां नूं हुण याद होना चाहिए। ये चारे दी चारे कमेटीज़ बच्चे आपां पंचायती राज संस्थावां बारे बिठाईआं सीगियां, ठीक है जी। चलो तो एक होर बच्चे स्वर्ण सिंह कमेटी तुहानूं पता ही होएगा, तुसीं अक्सर पढ़दे हुंदे हो। स्वर्ण सिंह कमेटी ने की सिफारिशां दित्तियां सी बच्चे, इहने दित्तियां सी फंडामेंटल ड्यूटी बारे फेमस है। फंडामेंटल ड्यूटीज़ होनी चाहिए ने, ये कमेटी सरदार स्वर्ण सिंह कमेटी ने यह सिफारिशां दित्तियां सी कि हाँ जी साडे देश दे विच कोई फंडामेंटल ड्यूटीज़ होनी चाहिए सी, जिहड़ियां कि फिर असीं 42nd अमेंडमेंट 1976 के नाल ऐड करनियां सीगियां, ठीक है, ठीक है जी। किहड़े पार्ट दे विच, पार्ट 4A दे विच जिहड़ा फंडामेंटल ड्यूटी का पार्ट है, पार्ट 4A हैगा। अपने संविधान के कितने पार्ट्स ने टोटल बच्चे, 25 पार्ट्स ने, ठीक है। तो राजे 25 पार्ट्स, एक चीज़ होर इंफॉर्मेशन मैं तुहानूं दे दां, 25 पार्ट्स ते 12 शेड्यूल्स, ये इन्हां दोनों बारे अगर याद करना तुसीं ट्रिक्स दे नाल तां करियर दे चैनल के उपर राजे वीडियो पई है एक, ठीक है, जिहदे विच 25 पार्ट्स ते 12 शेड्यूल्स असीं ट्रिक्स दे नाल याद करदे हुंदे आ। तुसीं सर्च करो शेड्यूल्स एंड पार्ट्स विद ट्रिक्स, तुहाडे कोल वीडियो आ जाएगी, ठीक है, करियर एज प्लेटफॉर्म पर, तो तुसीं वो भी देख सकते हो बच्चे। अच्छी तरह बड़ी असीं ट्रिक्स नाल आपां याद कीते ने, तो थोड़े अच्छी तरह याद रहने, कदे भुल्लोगे नहीं उस चीज़ में। चलो नेक्स्ट मूव ऑन करते हैं जी। जोग्राफी दे विचों या फिर सोशल स्टडी दे विचों अगेन या EVS दे विचों भी कह सकते हैं आपां, डीपेस्ट लेक इन द वर्ल्ड। यार जिहड़े राजे ये सुपरलेटिव्स हुंदे ने, डीपेस्ट, लॉन्गेस्ट, लार्जेस्ट, है ना, हाईएस्ट, ये काफ़ी इंपॉर्टेंट हुंदे ने। तो ल्यूसेंट दे विचों बेसिकली थोड़ा कवर हो जाएगा पोर्शन ये। ल्यूसेंट दे विच लास्ट पेजिस दे विच ये सुपरलेटिव हैडिंग के अंडर एक पेज बनाया गया जिहदे विच सारे ही सुपरलेटिव दिते गए हैं, तो तुसीं वो एक बारी रीड आउट कर लो प्लीज़, ठीक है। तो डीपेस्ट लेक इन द वर्ल्ड इज़, आंसर आएगा जी ए, बाइकाल लेक। बाइकाल लेक रशिया साइबेरिया दे विच है जी ये।
ਬਾਈਕਾਲ ਲੇਕ ਰਾਜੇ ਇੰਡੀਆ ਦੁਨੀਆ ਦੀ ਡੀਪੈਸਟ ਲੇਕ ਹੈਗੀ ਹੈ, ਠੀਕ ਹੈ। ਦੇਖ ਲੈਣੇ ਆਪਾਂ, ਇਹ ਰਾਜੇ ਆਪਣਾ ਰਸ਼ੀਆ ਆ ਗਿਆ ਸਾਰਾ, ਠੀਕ ਹੈ, ਮੋਸਕੋ ਆ ਗਿਆ, ਠੀਕ ਹੈ। ਇੱਥੇ ਸਾਈਬੇਰੀਆ ਦੇ ਰੀਜਨ ਦੇ ਵਿੱਚ ਹੀ ਆਪਣੀ ਲੇਕ ਬਾਈਕਾਲ ਹੈਗੀ ਹੈ, ਠੀਕ ਹੈ। ਚਾਈਨਾ ਤੋਂ ਜਸਟ ਉੱਪਰ, ਯਾਨੀ ਕਿ ਮੰਗੋਲੀਆ ਤੋਂ ਜਸਟ ਉੱਪਰ, ਇੱਧਰ ਮੰਗੋਲੀਆ ਆ ਗਿਆ, ਇੱਧਰ ਚਾਈਨਾ ਆ ਗਿਆ, ਠੀਕ ਹੈ। ਮੰਗੋਲੀਆ ਤੋਂ ਨੀਚੇ ਕੀ ਹੈ ਬੱਚੇ, ਇੱਥੇ ਚਾਈਨਾ ਹੈਗਾ, ਠੀਕ ਹੈ। ਇੱਥੇ ਆਪਣਾ ਇੰਡੀਆ ਆ ਜਾਊਗਾ। ਚਲੋ ਤਾਂ ਬਿਲਕੁਲ ਬਾਈਕਾਲ ਲੇਕ ਜਿਹੜੀ ਹੈਗੀ ਹੈ ਦੁਨੀਆ ਦੀ ਡੀਪੈਸਟ ਲੇਕ ਹੈਗੀ ਹੈ, ਠੀਕ ਹੈ। ਚਲੋ ਰਸ਼ੀਆ ਦੇ ਵਿੱਚ ਅਗੇਨ ਜੀਓਗ੍ਰਾਫੀ ਦੇ ਵਿੱਚੋਂ ਤਿੱਬਤਨ ਰਿਵਰ ਸਾਂਗਪੋ ਯਾਨੀ ਕਿ ਯਾਰਲੰਗ ਸਾਂਗਪੋ ਆਪਾਂ ਪੜ੍ਹਦੇ ਹੁੰਦੇ ਹਾਂ। ਯਾਰਲੰਗ ਸਾਂਗਪੋ ਐਂਟਰਸ ਇੰਡੀਆ ਥਰੂ ਦ ਸਟੇਟ ਆਫ, ਅਗਰ ਤੁਹਾਨੂੰ ਪਤਾ ਹੋਵੇਗਾ ਰਾਜੇ ਯਾਰਲੰਗ ਸਾਂਗਪੋ ਆਪਾਂ ਕਿਹਨੂੰ ਕਹਿੰਦੇ ਹਾਂ, ਆਪਾਂ ਕਹਿੰਦੇ ਇਹਨੂੰ ਬ੍ਰਹਮਪੁੱਤਰਾਂ ਨੂੰ, ਠੀਕ ਹੈ। ਅਗਰ ਤੁਹਾਨੂੰ ਇਹ ਪਤਾ ਵੀ ਹਾਂਜੀ ਬ੍ਰਹਮਪੁੱਤਰਾਂ ਨੂੰ ਕਹਿੰਦੇ ਤਾਂ ਤੁਸੀਂ ਆਨਸਰ ਕਰ ਪਾਓਗੇ, ਕਿਉਂਕਿ ਬ੍ਰਹਮਪੁੱਤਰ ਕਿੱਥੋਂ ਐਂਟਰ ਹੁੰਦੀ ਹੈ ਬੱਚੇ, ਆਪਣੀ ਅਰੁਣਾਚਲ ਪ੍ਰਦੇਸ਼ ਦੇ ਵਿੱਚੋਂ ਐਂਟਰ ਹੁੰਦੀ ਹੈ ਇੰਡੀਆ ਦੇ ਵਿੱਚ, ਠੀਕ ਹੈ। ਤਿੱਬਤ ਤੋਂ ਆ ਕੇ ਮਾਨਸਰੋਵਰ ਲੇਕ ਦੇ ਨੇੜੋਂ ਆ ਕੇ ਯਾਰਲੰਗ ਸਾਂਗਪੋ ਜਿਹੜੀ ਕਿ ਇੰਡੀਆ ਦੇ ਵਿੱਚ ਅਸੀਂ ਫਿਰ ਬ੍ਰਹਮਪੁੱਤਰ ਕਹਿਣ ਲੱਗ ਜਾਂਦੇ ਇਹਨੂੰ, ਠੀਕ ਹੈ। ਤਾਂ ਬਿਲਕੁਲ ਅਰੁਣਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੁੰਦੀ ਹੈ, ਆਪਾਂ ਦੇਖ ਲੈਣਾ ਬੱਚੇ। ਇਹ ਜਿਹੜਾ ਰੀਜਨ ਹੈ ਰਾਜੇ, ਇਹ ਸਟੇਟ ਹੈ, ਇਹ ਸਾਡੀ ਅਰੁਣਾਚਲ ਪ੍ਰਦੇਸ਼ ਆ ਗਈ, ਠੀਕ ਹੈ। ਅਰੁਣਾਚਲ ਪ੍ਰਦੇਸ਼ ਹੈ ਸਾਡੀ ਇਹ, ਇੱਥੋਂ ਜੀ ਜਾਊਗਾ ਆਪਣਾ, ਠੀਕ ਹੈ। ਤਾਂ ਇਹ ਅਰੁਣਾਚਲ ਪ੍ਰਦੇਸ਼ ਸਟੇਟ ਆ ਗਈ ਬੱਚੇ, ਬਿਲਕੁਲ ਅਰੁਣਾਚਲ ਦੇ ਵਿੱਚੋਂ ਹੀ ਆਪਣਾ ਪਾਸ ਹੋ ਰਿਹਾ ਹੈਗਾ। ਜੀ ਅਰੁਣਾਚਲ ਸਟੇਟ ਆ ਗਈ ਆਪਣੀ, ਠੀਕ ਹੈ। ਇਹ ਭੂਟਾਨ ਆ ਗਿਆ ਬੱਚੇ, ਇਹ ਸਿੱਕਮ ਆ ਗਿਆ, ਠੀਕ ਹੈ। ਤਾਂ ਬਿਲਕੁਲ ਅਰੁਣਾਚਲ ਦੇ ਵਿੱਚੋਂ ਆਪਣੀ ਬ੍ਰਹਮਪੁੱਤਰ ਐਂਟਰ ਹੋ ਰਹੀ ਹੈ। ਪਹਿਲਾਂ ਇਹਨੂੰ ਯਾਰਲੰਗ ਸਾਂਗਪੋ ਕਿਹਾ ਜਾਂਦਾ ਸੀਗਾ, ਸਾਡੇ ਦੇਸ਼ ਦੇ ਵਿੱਚ ਜਦੋਂ ਐਂਟਰ ਹੁੰਦੀ ਅਸੀਂ ਇਹਨੂੰ ਫਿਰ ਬ੍ਰਹਮਪੁੱਤਰ ਕਹਿਣ ਲੱਗ ਜਾਂਦੇ ਹਾਂ, ਠੀਕ ਹੈ। ਫਿਰ ਐਂਡ ਦੇ ਵਿੱਚੋਂ ਅਸਮ ਦੇ ਵਿੱਚੋਂ ਕ੍ਰੋਸ ਕਰਦੀ ਹੋਈ ਇਹ ਬੰਗਲਾਦੇਸ਼ ਦੇ ਵਿੱਚ ਜਾਂਦੀ ਹੈ ਰਾਜੇ, ਠੀਕ ਹੈ। ਅਤੇ ਫਿਰ ਗੰਗਾ ਨਾਲ ਮਰਜ ਹੋ ਕੇ ਨਾਲ ਫਿਰ ਬੇ ਆਫ ਬੰਗਾਲ ਦੇ ਵਿੱਚ ਇਹ ਮਰਜ ਹੋ ਜਾਂਦੀ ਹੈ, ਠੀਕ ਹੈ ਜੀ। ਇਹ ਸਾਰਾ ਕੋਰਸ ਹੈ ਆਪਣਾ ਬ੍ਰਹਮਪੁੱਤਰਾ ਦਾ। ਚਲੋ ਨੈਕਸਟ ਕੁਐਸਚਨ, ਥੰਡਰ ਸਟੋਰਮਸ ਆਰ ਮਤਲਬ ਤੂਫਾਨ ਰਾਜੇ, ਜਿਹੜੇ ਬਿਜਲੀ ਵਾਲੇ ਤੂਫਾਨ ਹੈਗੇ। ਥੰਡਰ ਸਟੋਰਮਸ ਆਰ ਐਸੋਸੀਏਟਡ ਵਿਦ ਰਾਜੇ, ਆਪਾਂ ਥੋੜ੍ਹਾ ਜਿਹਾ ਇਹਦਾ ਕੰਸਰਨਡ ਟੌਪਿਕ ਆਪਣੇ ਲਾਸਟ ਲੈਕਚਰ ਦੇ ਵਿੱਚ ਕੀਤਾ ਸੀਗਾ, ਲਾਸਟ ਜਾਂ ਲਾਸਟ ਟੂ ਲਾਸਟ ਦੇ ਵਿੱਚ, ਕਿ ਜਿਹੜੇ ਕੁਝ ਕਲਾਊਡਸ ਐਸੇ ਸੀ ਜਿਹੜੇ ਅਸੀਂ ਇਕੁਟੋਰੀਅਲ ਕਲਾਈਮੇਟ ਦੇ ਵਿੱਚ ਕੀਤੇ ਸੀ। ਇਕੁਟੋਰੀਅਲ ਰੀਜਨ ਦੇ ਵਿੱਚ ਕਿਹੜੇ ਕਲਾਊਡ ਬਣਦੇ ਸੀ, ਆਪਾਂ ਦੇਖਿਆ ਸੀ ਬੱਚੇ, ਇਕੁਟੋਰੀਅਲ ਰੇਨ ਫੋਰੈਸਟ ਦੇ ਉੱਪਰ ਕਿਊਮੂਲੋਨਿੰਬਸ ਕਲਾਊਡ ਬਣਦੇ ਸੀਗੇ, ਕਿਊਮੂਲੋਨਿੰਬਸ ਕਲਾਊਡਸ। ਅਸੀਂ ਇਹ ਵੀ ਦੇਖਿਆ ਸੀ ਜਿਹੜੇ ਕਿਊਮੂਲੋਨਿੰਬਸ ਕਲਾਊਡ ਸੀਗੇ ਇਹ ਹੀ ਥੰਡਰ ਸਟੋਰਮ ਵਾਸਤੇ ਇੰਪੋਰਟੈਂਟ ਹੁੰਦੇ ਨੇ। ਤਾਂ ਬਿਲਕੁਲ ਆਪਣਾ ਆਨਸਰ ਹੈ ਜੀ ਬੀ ਆਏਗਾ, ਕਿਊਮੂਲੋਨਿੰਬਸ ਕਲਾਊਡਸ। ਅਸੀਂ ਬੱਚੇ ਲਾਸਟ ਸੈਸ਼ਨ ਦੇ ਵਿੱਚ ਇਹਨਾਂ ਦਾ ਨੋਮਨਕਲੇਚਰ ਵੀ ਦੇਖਿਆ ਸੀ, ਕਿਵੇਂ ਆਪਾਂ ਨਾਮ ਡਿਸਾਈਡ ਕਰਦੇ ਹਾਂ ਵੀ ਸੀਰਸ ਕੀ ਹੁੰਦਾ ਹੈ, ਹਾਈਐਸਟ ਜਿਹੜੀ ਕਿ ਲੇਅਰ ਹੁੰਦੀ ਹੈ, ਸਟੇਟਸ ਹੁੰਦੀ ਹੈ ਵੀ ਲੇਅਰਸ ਹੋਣੀਆਂ, ਠੀਕ ਹੈ। ਸੀਰਸ ਮਤਲਬ ਹਾਈਟ ਹੁੰਦੇ ਆ, ਸਭ ਤੋਂ ਜ਼ਿਆਦਾ ਹਾਈਟ, ਅਲਟੋ ਦਾ ਮਤਲਬ ਮੀਡੀਅਮ ਹਾਈਟ। ਤਾਂ ਰਾਜੇ ਅਗਰ ਤੁਸੀਂ ਇਹਨਾਂ ਨੋਮਨਕਲੇਚਰ ਨੂੰ ਅੱਛੀ ਤਰ੍ਹਾਂ ਦੇਖਣਾ ਹੈ ਤਾਂ ਲਾਸਟ ਵਾਲਾ ਲੈਕਚਰ ਇੱਕ ਵਾਰੀ ਪਲੀਜ਼ ਦੁਬਾਰਾ ਦੇਖ ਲਓ, ਠੀਕ ਹੈ। ਤਾਂ ਬਿਲਕੁਲ ਆਪਣਾ ਆਨਸਰ ਰਾਜੇ ਆਊਗਾ ਕਿਊਮੂਲੋਨਿੰਬਸ ਕਲਾਊਡਸ। ਨਿੰਬਸ ਦਾ ਮਤਲਬ ਪਾਣੀ ਹੋਣਾ, ਕਿਊਮੂਲਸ ਦਾ ਮਤਲਬ ਹੈ ਰਾਜੇ ਇੱਦਾਂ ਕੋਟਨ ਵਰਗੇ ਲੰਪਸ ਬਣਨਾ, ਠੀਕ ਹੈ। ਜਿਵੇਂ ਕੋਟਨ ਦੀਆਂ ਗੱਠਾਂ ਜਾਂ ਬਣ ਜਾਂਦੀਆਂ ਨੇ ਉੱਦਾਂ ਲੰਪਸ, ਉੱਦਾਂ ਦੇ ਬੱਦਲ ਹੋਣੇ। ਤਾਂ ਬਿਲਕੁਲ ਰਾਜੇ ਜਿਹੜੇ ਕਾਲੇ ਬੱਦਲ ਜਾਂ ਜਿਹੜੇ ਥੰਡਰ ਸਟੋਰਮ ਵਾਲੇ ਬੱਦਲ ਨੇ ਉਹ ਕਿਊਮੂਲੋਨਿੰਬਸ ਕਲਾਊਡਸ ਹੀ ਹੁੰਦੇ ਨੇ, ਠੀਕ ਹੈ। ਆਪਾਂ ਦੇਖ ਲੈਂਦੇ ਹਾਂ, ਠੀਕ ਹੈ। ਇਹ ਵਾਲੇ ਕਿਊਮੂਲੋਨਿੰਬਸ ਕਲਾਊਡਸ ਨੇ ਬੱਚੇ, ਥੰਡਰ ਸਟੋਰਮ ਹੋ ਰਹੀ ਹੈ, ਬਿਜਲੀ ਲਸ਼ਕ ਰਹੀ ਹੈ ਔਰ ਜ਼ੋਰਾਂ ਸ਼ੋਰਾਂ ਨਾਲ ਮੀਂਹ ਪੈ ਰਿਹਾ ਹੈਗਾ, ਠੀਕ ਹੈ ਜੀ। ਤਾਂ ਰਾਜੇ ਇੱਕ ਚੀਜ਼ ਹੋਰ ਅਸੀਂ ਦੇਖੀ ਸੀ ਕਿ ਜਿਹੜੀ ਕਿਊਮੂਲੋਨਿੰਬਸ ਕਲਾਊਡਸ ਨੇ ਇਹਨਾਂ ਦੀ ਵਰਟੀਕਲ ਡਿਵੈਲਪਮੈਂਟ ਹੁੰਦੀ ਹੈ, ਕਿੰਨੇ ਲੰਬੇ ਨੇ ਦੇਖੋ, ਠੀਕ ਹੈ। ਤਾਂ ਇਹ ਵੀ ਇੱਕ ਇੰਪੋਰਟੈਂਟ ਕਰੈਕਟਰਿਸਟਿਕ ਹੈ ਕਿਊਮੂਲੋਨਿੰਬਸ ਕਲਾਊਡਸ ਦੀ, ਠੀਕ ਹੈ। ਕਲਾਊਡਸ ਵਿਦ ਵਰਟੀਕਲ ਡਿਵੈਲਪਮੈਂਟ। ਚਲੋ ਵਿਚ ਦ ਫੋਲੋਇੰਗ ਇਵੋਲਵਡ ਦ ਪੋਲਿਸੀ ਆਫ ਸਬਸਿਡਰੀ ਅਲਾਇੰਸ। ਬ੍ਰਿਟਿਸ਼ ਹਿਸਟਰੀ ਦੇ ਵਿੱਚ ਕੁਐਸਚਨ ਹੈ ਰਾਜੇ ਕਿ ਸਬਸਿਡਰੀ ਅਲਾਇੰਸ ਦੀ ਜਿਹੜੀ ਪੋਲਿਸੀ ਸੀਗੀ ਕਿਹੜੇ ਗਵਰਨਰ ਜਨਰਲ ਜਾਂ ਵਾਇਸਰਾਏ ਨੇ ਕੀ ਹੈ ਸਟਾਰਟ ਕੀਤੀ ਸੀ ਜਾਂ ਇਨੀਸ਼ੀਏਟ ਕੀਤੀ ਸੀਗੀ ਜਾਂ ਇਵੋਲਵ ਕੀਤੀ ਸੀ ਬੇਸਿਕਲੀ, ਠੀਕ ਹੈ। ਤਾਂ ਬਿਲਕੁਲ ਈਜ਼ੀ ਕੁਐਸਚਨ ਹੈ ਰਾਜੇ। ਸਬਸਿਡਰੀ ਅਲਾਇੰਸ, ਰਿੰਗ ਫੈਂਸ ਪੋਲਿਸੀ, ਇਹ ਸਾਰੀਆਂ ਆਪਾਂ ਪੋਲਿਸੀਜ਼ ਪੜ੍ਹਦੇ ਹੁੰਦੇ ਹਾਂ, ਠੀਕ ਹੈ। ਤਾਂ ਸਬਸਿਡਰੀ ਅਲਾਇੰਸ ਜਿਹੜੀ ਪੋਲਿਸੀ ਸੀ ਉਹ ਲਾਰਡ ਵੈਲਜ਼ਲੀ ਦੇ ਨਾਲ ਐਸੋਸੀਏਟ ਕੀਤੀ ਜਾਂਦੀ ਹੈ, ਠੀਕ ਹੈ। ਕਿਹੜਾ ਟਾਈਮ ਪੀਰੀਅਡ ਹੈ ਬੱਚੇ ਇਹਨਾਂ ਦਾ 1798 ਤੋਂ ਲੈ ਕੇ 1805, ਠੀਕ ਹੈ। ਇਹ ਟਾਈਮ ਪੀਰੀਅਡ ਹੈ ਵੈਲਜ਼ਲੀ ਦਾ, ਲਾਰਡ ਵੈਲਜ਼ਲੀ ਦਾ। ਤਾਂ ਇਸ ਟਾਈਮ ਪੀਰੀਅਡ ਦੇ ਵਿੱਚ ਹੀ ਇਹਨਾਂ ਨੇ ਸਬਸਿਡਰੀ ਅਲਾਇੰਸ ਟ੍ਰੀਟੀ ਜਿਹੜੀ ਪੋਲਿਸੀ ਹੈ ਉਹ ਇਵੋਲਵ ਕੀਤੀ। ਹੁੰਦਾ ਕੀ ਸੀ ਬੱਚੇ ਬੇਸਿਕਲੀ ਇਹਦੇ ਵਿੱਚ ਜਿਹੜੀ ਅੰਗਰੇਜ਼ ਸਰਕਾਰ ਸੀ, ਅੰਗਰੇਜ਼ ਸੀਗੇ, ਠੀਕ ਹੈ, ਉਹ ਆਪਣੇ ਇੰਡੀਅਨ ਰੂਲਰਸ ਨੂੰ ਕੀ ਸਬਸਿਡਰੀ ਬਣਾ ਕੇ ਰੱਖਦੇ ਸੀਗੇ, ਇੰਡੀਅਨ ਰੂਲਰਸ ਨੂੰ ਆਪਣਾ ਸਬਸਿਡਰੀ ਬਣਾ ਕੇ ਰੱਖਦੇ ਸੀ। ਕਿਵੇਂ? ਅੰਗਰੇਜ਼ ਆਪਣੀਆਂ ਫੌਜਾਂ ਦਿੰਦੀ ਸੀ ਇਹਨਾਂ ਨੂੰ, ਠੀਕ ਹੈ, ਆਪਣੀ ਆਰਮੀ ਦਿੰਦੀ ਸੀਗੀ ਲੜਨ ਵਾਸਤੇ ਜਾਂ ਇਹਨਾਂ ਦੀ ਆਪਣੀ ਪ੍ਰੋਟੈਕਸ਼ਨ ਵਾਸਤੇ, ਔਰ ਇੰਡੀਅਨ ਰੂਲਰ ਇਹਨਾਂ ਨੂੰ ਕੀ ਪੇ ਕਰਦੇ ਸੀ ਬੱਚੇ, ਪੈਸਾ ਪੇ ਕਰਦੇ ਸੀ, ਮਨੀ ਪੇ ਕਰਦੇ ਸੀਗੇ, ਠੀਕ ਹੈ। ਤਾਂ ਇੰਡੀਅਨ ਰੂਲਰ ਇੱਕ ਤਰ੍ਹਾਂ ਦੇ ਅੰਗਰੇਜ਼ਾਂ ਦੇ ਮੁਹਤਾਜ ਬਣ ਕੇ ਰਹਿ ਗਏ ਸੀਗੇ, ਠੀਕ ਹੈ। ਤਾਂ ਇਸ ਤੋਂ ਇਲਾਵਾ ਅੰਗਰੇਜ਼ਾਂ ਤੋਂ ਪੁੱਛੇ ਬਿਨਾਂ ਇੰਡੀਅਨ ਰੂਲਰ ਨਾ ਹੀ ਕਿਸੇ ਫੋਰਨ ਨਾਲ ਰੂਲਰ ਨਾਲ ਕੰਟੈਕਟ ਕਰ ਪਾਉਂਦੇ ਸੀਗੇ ਅਤੇ ਨਾ ਹੀ ਆਪਣੀ ਕੋਈ ਹੋਰ ਜਿਹੜੀ ਮਿਲਟਰੀ ਰਿਫੋਰਮਸ ਕਰ ਪਾਉਂਦੇ ਸੀਗੇ, ਕੋਈ ਰਿਕਰੂਟਮੈਂਟ ਕਰ ਪਾਉਂਦੇ ਸੀ। ਤਾਂ ਮਤਲਬ ਕਾਫੀ ਕੁਛ ਅੰਗਰੇਜ਼ਾਂ ਨੂੰ ਪੁੱਛ ਕੇ ਹੀ ਕਰਨਾ ਪੈਂਦਾ ਸੀ। ਤਾਂ ਇੱਕ ਤਰ੍ਹਾਂ ਦੇ ਸਬਸਿਡਰੀ ਬਣ ਕੇ ਰਹਿ ਚੁੱਕੇ ਸੀ ਆਪਣੇ ਇੰਡੀਅਨ ਰੂਲਰਸ, ਠੀਕ ਹੈ। ਤਾਂ ਬਿਲਕੁਲ ਜਿਹੜਾ ਸਬਸਿਡਰੀ ਅਲਾਇੰਸ ਜਿਹੜੀ ਪੋਲਿਸੀ ਸੀ ਉਹ ਲਾਰਡ ਵੈਲਜ਼ਲੀ ਨੇ ਹੀ ਸਟਾਰਟ ਕੀਤੀ ਸੀ, ਇਵੋਲਵ ਕੀਤੀ ਸੀ ਜਾਂ ਫਿਰ, ਠੀਕ ਹੈ ਜੀ, ਇੰਪੋਰਟੈਂਟ ਹੈ। ਚਲੋ, ਵਿਚ ਐਕਟ ਆਫ ਬ੍ਰਿਟਿਸ਼ ਪਾਰਲੀਮੈਂਟ ਕ੍ਰੀਏਟਡ ਦ ਆਫਿਸ ਆਫ ਗਵਰਨਰ ਜਨਰਲ ਆਫ ਇੰਡੀਆ। ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਕਿਹੜੇ ਐਕਟ ਦੇ ਨਾਲ ਸਾਡੇ ਕੋਲ ਗਵਰਨਰ ਜਨਰਲ ਆਫ ਇੰਡੀਆ ਦਾ ਆਫਿਸ ਆਇਆ ਸੀਗਾ?
ਸਭ ਤੋਂ ਪਹਿਲਾਂ ਤਾਂ ਰਾਜੇ ਜਦੋਂ ਆਪਾਂ ਗੱਲ ਕਰਦੇ ਹਾਂ ਵਾਰਨ ਹਾਸਟਿੰਗ ਦੀ ਗੱਲ ਕਰਦੇ ਹਾਂ, ਜਿਹੜੇ ਕਿ ਸਾਡੇ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਸੀਗੇ। ਵਾਰਨ ਹਾਸਟਿੰਗ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਸੀ ਰਾਜੇ, ਠੀਕ ਹੈ। ਤਾਂ ਬਟ ਇਸ ਤੋਂ ਬਾਅਦ ਕਿਉਂਕਿ ਬੰਗਾਲ ਦੀ ਰੈਲੀਵੈਂਸ ਇੰਨੀ ਜ਼ਿਆਦਾ ਵੱਧਦੀ ਗਈ, ਠੀਕ ਹੈ, ਮਦਰਾਸ ਤੇ ਬੰਬੇ ਦੀ ਜਿਹੜੀ ਰੈਲੀਵੈਂਸ ਇੰਨੀ ਜ਼ਿਆਦਾ ਨਹੀਂ ਸੀ ਪਹਿਲਾਂ, ਠੀਕ ਹੈ, ਬੰਗਾਲ ਦੀ ਰੈਲੀਵੈਂਸ ਬਹੁਤ ਜ਼ਿਆਦਾ ਸੀ। ਇਸੇ ਕਰਕੇ ਕੁਝ ਟਾਈਮ ਬਾਅਦ ਅਸੀਂ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਤਾ ਸੀਗਾ, ਠੀਕ ਹੈ, ਤਾਂ ਕਿ ਇਕੱਲੀ ਬੰਗਾਲ ਹੀ ਨਹੀਂ ਪੂਰੇ ਦੇ ਪੂਰੇ ਇੰਡੀਆ ਦਾ ਜਿਹੜਾ ਕੀ ਹੈ ਇਹ ਮਤਲਬ ਗਵਰਨਰ ਜਨਰਲ ਬਣ ਗਿਆ ਸੀਗਾ, ਠੀਕ ਹੈ। ਔਰ ਜਿਹੜਾ ਮਦਰਾਸ ਤੇ ਬੰਬੇ ਦੇ ਜਿਹੜੇ ਮਤਲਬ ਗਵਰਨਰ ਸੀ ਉਹਨਾਂ ਨੂੰ ਇਹਨਾਂ ਦਾ ਸਬੋਰਡੀਨੇਟ ਬਣਾਤਾ ਇੱਕ ਤਰ੍ਹਾਂ ਦਾ, ਠੀਕ ਹੈ। ਤਾਂ ਬਿਲਕੁਲ ਰਾਜੇ ਕਦੋਂ ਹੋਇਆ ਸੀ ਇਹ ਗਵਰਨਰ ਜਨਰਲ ਆਫ ਇੰਡੀਆ, ਕਦੋਂ ਬਣਾਇਆ ਸੀ ਆਪਣਾ ਚਾਰਟਰ ਐਕਟ ਆਫ 1833 ਦੇ ਨਾਲ, ਠੀਕ ਹੈ। ਚਾਰਟਰ ਐਕਟ ਆਫ 1833 ਦੇ ਨਾਲ ਅਸੀਂ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਤਾ ਸੀ। ਹੁਣ ਕਿਉਂਕਿ ਰਾਜੇ ਇਹ ਐਕਟ ਦੇ ਨਾਲ ਬਣਿਆ ਤਾਂ ਇਹਦੋਂ ਗਵਰਨਰ ਜਨਰਲ ਕੌਣ ਸੀ ਰਾਜੇ, ਆਪਣੇ ਵਿਲੀਅਮ ਬੈਂਟਿਕ ਸਾਹਿਬ ਸੀਗੇ, ਵਿਲੀਅਮ ਬੈਂਟਿਕ, ਠੀਕ ਹੈ। ਤਾਂ ਸਾਨੂੰ ਇਹ ਵੀ ਪਤਾ ਲੱਗਦਾ ਰਾਜੇ ਵਿਲੀਅਮ ਬੈਂਟਿਕ ਹੀ ਸਾਡੇ ਫਸਟ ਗਵਰਨਰ ਜਨਰਲ ਆਫ ਇੰਡੀਆ ਸੀਗੇ। ਕੀ ਟਾਈਮ ਪੀਰੀਅਡ ਵਿੱਚ ਇਹਨਾਂ ਦਾ 1828 ਤੋਂ ਲੈ ਕੇ 1835 ਤੱਕ ਦਾ, ਠੀਕ ਹੈ। ਤਾਂ ਸਾਡੇ ਵਿਲੀਅਮ ਬੈਂਟਿਕ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਸੀਗੇ, ਠੀਕ ਹੈ, ਕਿਉਂਕਿ ਇਹਨਾਂ ਦੇ ਰੀਅਨ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਹੀ ਇਹਨਾਂ ਦੀ ਗਵਰਨਰਸ਼ਿਪ ਦੇ ਵਿੱਚ ਅੰਡਰ ਹੀ ਜਿਹੜਾ ਕੀ ਹੈ ਗਵਰਨਰ ਜਨਰਲ ਆਫ ਇੰਡੀਆ ਦੀ ਪੋਸਟ ਬਣੀ ਸੀ ਪਹਿਲੀ ਵਾਰੀ, ਠੀਕ ਹੈ। ਅੱਛੀ ਹੈ। ਹੋਰ ਕਾਹਦੇ ਵਾਸਤੇ ਫੇਮਸ ਨੇ ਬੱਚੇ ਵਿਲੀਅਮ ਬੈਂਟਿਕ, ਸਤੀ ਪ੍ਰਥਾ ਨੂੰ ਅਬੋਲਿਸ਼ ਕਰਨ ਵਾਸਤੇ, ਠੀਕ ਹੈ, ਸਤੀ ਬੈਨ ਨੂੰ ਕਰਨ ਵਾਸਤੇ 1829 ਦੇ ਵਿੱਚ ਇਹਨਾਂ ਨੇ ਸਤੀ ਪ੍ਰੋਹੀਬਿਸ਼ਨ ਐਕਟ ਲੈ ਕੇ ਆਂਦਾ ਸੀਗਾ 1829 ਦੇ ਵਿੱਚ, ਠੀਕ ਹੈ, ਰਾਜਾ ਰਾਮ ਮੋਹਨ ਰਾਏ ਦੀ ਐਫਰਟਸ ਦੇ ਨਾਲ। ਆਪਾਂ ਇਹ ਵੀ ਲਾਸਟ ਸੈਸ਼ਨ ਦੇ ਵਿੱਚ ਕਰ ਚੁੱਕੇ ਹਾਂ। ਚਲੋ, ਥਰੂ ਵਿਚ ਦ ਫੋਲੋਇੰਗ ਡਿਡ ਬ੍ਰਿਟਿਸ਼ਰਸ ਐਕਸੈਪਟ ਦ ਡਿਮਾਂਡ ਫॉर ਕੌਨਸਟੀਟਿਊਐਂਟ ਅਸੈਂਬਲੀ। ਅਸੀਂ ਹੁਣੀ ਪੜ੍ਹਿਆ ਬੱਚੇ ਕੌਨਸਟੀਟਿਊਐਂਟ ਅਸੈਂਬਲੀ ਬਾਰੇ ਕਿ ਜਿਹਦੀ ਫਰਸਟ ਮੀਟਿੰਗ 9 ਦਸੰਬਰ 1946 ਦੇ ਵਿੱਚ ਹੋਈ ਸੀਗੀ, ਠੀਕ ਹੈ। ਉਦੋਂ ਬਾਅਦ 'ਚ 13 ਦਸੰਬਰ ਨੂੰ ਓਬਜੈਕਟਿਵ ਰੈਜ਼ੋਲੂਸ਼ਨ ਮੂਵ ਹੋਈ ਸੀ। ਤਾਂ ਰਾਜੇ ਬਣੀ ਤਾਂ ਇਹ 1946 ਦੇ ਵਿੱਚ ਹੈ, ਬਟ ਸਾਡੀ ਡਿਮਾਂਡ ਕਦੋਂ ਕਰਨ ਲੱਗੇ ਸੀ ਅਸੀਂ 1934 ਤੋਂ ਅਸੀਂ ਡਿਮਾਂਡ ਸਟਾਰਟ ਕਰਨ ਲੱਗੇ ਸੀਗੇ। ਤਾਂ ਇਹ ਵੀ ਕੁਐਸਚਨ ਅਕਸਰ ਆਉਂਦਾ ਹੁੰਦਾ ਹੈ ਕਿ ਪਹਿਲੀ ਵਾਰੀ ਡਿਮਾਂਡ ਕਿਹਨੇ ਰੱਖੀ, ਪਹਿਲੀ ਵਾਰੀ ਡਿਮਾਂਡ MN ਰੋਏ ਸਾਹਿਬ ਨੇ ਰੱਖੀ, MN ਰੋਏ, ਠੀਕ ਹੈ। 1934 ਦੇ ਵਿੱਚ MN ਰੋਏ ਨੇ ਜਿਹੜੇ ਕਿ ਇੱਕ ਕਮਿਊਨਿਸਟ ਪਾਰਟੀ ਦੇ ਲੀਡਰ ਸੀਗੇ, ਉਹਨਾਂ ਨੇ ਡਿਮਾਂਡ ਰੱਖੀ ਕਿ ਸਾਡੀ ਕੋਈ ਕੌਨਸਟੀਟਿਊਐਂਟ ਅਸੈਂਬਲੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ ਅਸੀਂ ਆਪਣਾ ਸੰਵਿਧਾਨ ਆਪ ਬਣਾ ਸਕੀਏ, ਠੀਕ ਹੈ। ਤਾਂ 1934 ਦੇ ਵਿੱਚ ਇਹਨਾਂ ਨੇ ਡਿਮਾਂਡ ਰੱਖੀ। ਉਦੋਂ ਬਾਅਦ ਅਗਲੇ ਸਾਲਾਂ ਦੇ ਵਿੱਚ ਕਾਂਗਰਸ ਨੇ ਵੀ ਜਿਹੜੀ ਕੀ ਡਿਮਾਂਡ ਰੱਖਣੀ ਸਟਾਰਟ ਕਰਤੀ ਔਨ ਅ ਫਾਰਮਲ ਪਲੇਟਫਾਰਮ, ਠੀਕ ਹੈ। ਤਾਂ ਉਦੋਂ ਬਾਅਦ ਰਾਜੇ ਕਈ ਸਾਲ ਲੰਘਾ ਤੇ ਫਾਈਨਲੀ ਅੰਗਰੇਜ਼ ਸਰਕਾਰ ਨੇ 1940 ਦੇ ਅਗਸਤ ਆਫਰ ਦੇ ਵਿੱਚ ਇਨ ਪ੍ਰਿੰਸੀਪਲ ਅਪਰੂਵਲ ਦਿੱਤਾ ਕਿ ਹਾਂਜੀ ਤੁਹਾਡੇ ਲਈ ਅਸੀਂ ਕੌਨਸਟੀਟਿਊਐਂਟ ਅਸੈਂਬਲੀ ਵਰਗੀ ਕੋਈ ਚੀਜ਼ ਬਣਾਵਾਂਗੇ, ਠੀਕ ਹੈ। ਹਲੇ ਵੀ ਜਸਟ ਪ੍ਰੋਮਿਸ ਹੀ ਕੀਤਾ ਸੀ, ਬਣੀ ਨਹੀਂ ਸੀਗੀ, ਠੀਕ ਹੈ। ਬਟ ਅਸੀਂ ਜਿਹੜਾ ਕੀ ਹੈ ਰਾਜੇ ਇਹ ਅਗਸਤ ਆਫਰ ਨੂੰ ਹੀ ਰਿਜੈਕਟ ਕਰਤਾ ਸੀਗਾ, ਕਿਉਂਕਿ ਕੌਨਸਟੀਟਿਊਐਂਟ ਅਸੈਂਬਲੀ ਦੇ ਨਾਲ ਇਹ ਸਾਨੂੰ ਕੀ ਦੇ ਰਹੇ ਸੀ ਰਾਜੇ, ਡੋਮੀਨੀਅਨ ਸਟੇਟਸ ਦੇ ਰਹੇ ਸੀਗੇ, ਡੋਮੀਨੀਅਨ ਸਟੇਟਸ, ਠੀਕ ਹੈ, ਜੋ ਕਿ ਅਸੀਂ 1930 ਦੇ ਵਿੱਚ ਹੀ ਠੁਕਰਾ ਚੁੱਕੇ ਹਾਂ, ਪਹਿਲਾਂ ਹੀ ਠੁਕਰਾ ਚੁੱਕੇ ਹਾਂ ਵੀ ਡੋਮੀਨੀਅਨ ਸਟੇਟਸ ਸਾਨੂੰ ਚਾਹੀਦਾ ਹੀ ਨਹੀਂ ਹੈਗਾ, ਠੀਕ ਹੈ। ਸਾਨੂੰ ਹੁਣ ਪੂਰਨ ਸਵਰਾਜ ਚਾਹੀਦਾ, ਕੰਪਲੀਟ ਆਜ਼ਾਦੀ ਚਾਹੀਦੀ ਹੈਗੀ, ਠੀਕ ਹੈ, ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ। ਤਾਂ ਅਗਸਤ ਆਫਰ ਨੂੰ ਅਸੀਂ ਠੁਕਰਾਤਾ ਸੀਗਾ, ਠੀਕ ਹੈ। ਔਰ ਅਸੀਂ ਇਹਦੇ ਅਗੇਂਸਟ ਕੀ ਸਟਾਰਟ ਕੀਤਾ ਸੀ ਬੱਚੇ, ਅਸੀਂ ਫਿਰ ਸਟਾਰਟ ਕੀਤਾ ਸੀ ਇੰਡੀਵਿਜੂਅਲ ਸੱਤਿਆਗ੍ਰਹਿ। ਰਾਜੇ ਬਹੁਤ ਇੰਪੋਰਟੈਂਟ ਚੀਜ਼ਾਂ ਕਰ ਰਹੇ ਆਪਾਂ, ਤਾਂ ਹਰ ਇੱਕ ਚੀਜ਼ ਨੂੰ ਧਿਆਨ ਨਾਲ ਸੁਣਨਾ ਹੈਗਾ, ਠੀਕ ਹੈ, ਠੀਕ ਹੈ। ਅਗਰ ਦੇਖੋ ਪੜ੍ਹਿਆ ਹੋਇਆ ਤੁਸੀਂ ਤਾਂ ਤੁਹਾਨੂੰ ਥੋੜੀ ਰਿਵੀਜ਼ਨ ਹੋ ਰਹੀ ਹੈ ਤਾਂ ਵੀ ਅੱਛੀ ਗੱਲ ਹੈ। ਅਗਰ ਨਹੀਂ ਪੜ੍ਹਿਆ ਹੋਇਆ ਤਾਂ ਪਲੀਜ਼ ਨੋਟ ਡਾਊਨ ਕਰ ਲਓ ਚੀਜ਼ਾਂ ਨੂੰ, ਠੀਕ ਹੈ। ਜਦੋਂ ਤੁਸੀਂ ਪੜ੍ਹੋਗੇ ਫਿਰ ਤੁਸੀਂ ਲਿੰਕ ਬਣਾ ਪਾਓਗੇ ਕਿ ਹਾਂਜੀ ਅਸੀਂ ਕਲਾਸ ਦੇ ਵਿੱਚ, ਲੈਕਚਰ ਦੇ ਵਿੱਚ, ਇਹ ਵੀਡੀਓ ਦੇ ਵਿੱਚ ਇਹ ਚੀਜ਼ ਸੁਣੀ ਸੀ ਤੇ ਹੁਣ ਅਸੀਂ ਪੜ੍ਹ ਰਹੇ ਹਾਂ ਇਸ ਚੀਜ਼ ਨੂੰ, ਠੀਕ ਹੈ। ਤਾਂ ਵਧੀਆ ਤੁਹਾਨੂੰ ਲਿੰਕ ਬਣ ਕੇ ਤੁਹਾਨੂੰ ਰਿਲੇਟਿਵਲੀ ਯਾਦ ਕਰ ਪਾਓਗੇ ਤੁਸੀਂ। ਅਗਰ ਪੜ੍ਹਿਆ ਹੋਇਆ ਤਾਂ ਰਿਵੀਜ਼ਨ ਥੋੜੀ ਹੋ ਰਹੀ ਹੈ ਅੱਛੀ ਤਰ੍ਹਾਂ ਦੀ, ਠੀਕ ਹੈ ਜੀ। ਚਲੋ, ਤਾਂ ਬਿਲਕੁਲ ਪਹਿਲੀ ਗੱਲ ਤਾਂ ਆਨਸਰ ਕੀ ਆਊਗਾ ਰਾਜੇ ਕਿ ਕੌਨਸਟੀਟਿਊਐਂਟ ਅਸੈਂਬਲੀ ਸਭ ਤੋਂ ਪਹਿਲਾਂ ਕਦੋਂ ਐਕਸੈਪਟ ਕੀਤਾ ਸੀ, ਅਗਸਤ ਆਫਰ ਦੇ ਵਿੱਚ ਐਕਸੈਪਟ ਕੀਤੀ ਸੀਗੀ। ਬਟ ਅਸੀਂ ਅਗਸਤ ਆਫਰ ਹੀ ਰਿਜੈਕਟ ਕਰਤਾ ਕਿਉਂਕਿ ਇਹਦੇ ਵਿੱਚ ਹੋਰ ਬਹੁਤ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਮਿਲ ਰਹੀਆਂ ਸੀਗੀਆਂ, ਠੀਕ ਹੈ। ਤਾਂ ਬਿਲਕੁਲ ਇਹਦੇ ਓਪੋਜੀਸ਼ਨ ਦੇ ਵਿੱਚ ਅਸੀਂ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕੀਤਾ 1940 ਦੇ ਵਿੱਚ ਹੀ, ਠੀਕ ਹੈ। ਜਿਹੜੇ ਸਾਡੇ ਵਿਨੋਬਾ ਭਾਵੇ ਨੇ, ਠੀਕ ਹੈ, ਉਹ ਕੀ ਬਣੇ ਆਪਣੇ ਫਿਰ ਪਹਿਲੇ ਸੱਤਿਆਗ੍ਰਹੀ ਬਣੇ ਸੀ ਉਦੋਂ ਬਾਅਦ 'ਚ। ਚਲੋ ਠੀਕ ਹੈ ਜੀ, ਕਿਹਨੇ ਸਟਾਰਟ ਕੀਤਾ ਸੀ ਬੱਚੇ, ਇਹ ਗਾਂਧੀ ਜੀ ਨੇ, ਇੰਡੀਵਿਜੂਅਲ ਸੱਤਿਆਗ੍ਰਹਿ। ਚਲੋ ਬੱਚੇ ਨੈਕਸਟ ਕੁਐਸਚਨ, एंशिएंट ਦੇ ਵਿੱਚ क्वेश्चन ਅੱਗੇ ਫਿਰ ਬੁੱਧਿਸਟ ਕਾਉਂਸਲ ਦੇ क्वेश्चन ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ, ਠੀਕ ਹੈ। ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਡੈਫੀਨਿਟਲੀ ਤੁਹਾਨੂੰ ਪੁੱਛੇ ਜਾਣਗੇ ਇਹ। ਤਾਂ क्वेश्चन ਦੇ ਵਿੱਚ ਪੁੱਛ ਰਿਹਾ ਬੱਚੇ ਆਪਣੇ ਕੋਲੇ ਕਿ ਕਿਹੜੀ ਬੁੱਧਿਸਟ ਕਾਉਂਸਲ, 4 ਬੁੱਧਿਸਟ ਕਾਉਂਸਲ ਆਪਣੇ ਕੋਲੇ ਐਂਸ਼ੀਐਂਟ ਹਿਸਟਰੀ ਦੇ ਵਿੱਚ ਆਉਂਦੀਆਂ ਨੇਗੀਆਂ, ਠੀਕ ਹੈ। 2 ਹੁਣ ਵੀ ਪੜ੍ਹਦੇ ਆਪਾਂ ਮਾਡਰਨ ਦੇ ਵਿੱਚ, ਬਟ ਉਹ ਇੰਨੀ ਇੰਪੋਰਟੈਂਟ ਨਹੀਂ, 4 ਆਪਣੀਆਂ ਐਂਸ਼ੀਐਂਟ ਵਾਲੀਆਂ ਇੰਪੋਰਟੈਂਟ ਨੇ ਜ਼ਿਆਦਾ, ਠੀਕ ਹੈ। ਕਿਹੜੀ ਬੁੱਧਿਸਟ ਕਾਉਂਸਲ ਕਿਹੜੇ ਵੈਨਿਊ ਦੇ ਉੱਪਰ ਹੋਈ, ਕਿਹੜੇ ਪਲੇਸ ਦੇ ਉੱਪਰ ਹੋਈ। ਬਹੁਤ ਵਾਰੀ ਕੁਐਸਚਨ ਰਿਪੀਟ ਹੁੰਦਾ ਬੱਚੇ, ਇਹ ਇਕੱਲੀ ਵੈਨਿਊ ਹੀ ਨਹੀਂ, ਇਹਨਾਂ ਦਾ ਈਅਰਸ ਵੀ ਔਰ ਇਹਨਾਂ ਦਾ ਜਿਹੜਾ ਪੈਟਰਨ ਸੀ ਔਰ ਇਹਨਾਂ ਦੇ ਜਿਹੜੇ ਪ੍ਰੀਜ਼ਾਈਡਿੰਗ ਆਫੀਸਰ ਸੀ ਸਾਰੇ ਇੰਪੋਰਟੈਂਟ ਨੇਗੇ, ਠੀਕ ਹੈ। ਪੜ੍ਹਦੇ ਆਪਾਂ ਤਾਂ ਪਹਿਲਾਂ ਤਾਂ ਪਲੇਸ ਦੀ ਗੱਲ ਕਰਦੇ ਹਾਂ ਬੱਚੇ। ਸਭ ਤੋਂ ਈਜ਼ੀ ਮੇਰੇ ਲਈ ਹੈਗਾ ਰਾਜੇ ਮਾਰਕ ਕਰਨਾ 3rd ਬੁੱਧਿਸਟ ਕਾਉਂਸਲ ਪਾਟਲੀਪੁੱਤਰ, ਕਿਉਂਕਿ ਇਹ
ਅਸ਼ੋਕ ਦੇ ਅੰਡਰ ਹੋਈ ਸੀ ਬੱਚੇ, ਠੀਕ ਹੈ। ਅਸ਼ੋਕ ਵਾਸ ਅ ਪੈਟਰਨ ਕਦੋਂ ਹੋਈ ਸੀ ਇਹ 250 BC ਦੇ ਵਿੱਚ, ਠੀਕ ਹੈ। ਤਾਂ ਇਹ ਮਾਰਕ ਕਰਨਾ ਮੇਰੇ ਵਾਸਤੇ ਸਭ ਤੋਂ ਸੌਖਾ ਸੀ। ਤਾਂ ਸੀ ਦਾ 4 ਮੈਂ ਮਾਰਕ ਕਰ ਰਿਹਾ ਜੇ, ਸੀ ਦਾ 4 ਇੱਥੇ ਵੀ ਹੈ, ਠੀਕ ਹੈ। ਤਾਂ ਮੈਂ ਏ ਆਪਸ਼ਨ ਐਲੀਮੀਨੇਟ ਕਰਤਾ ਤੇ ਸੀ ਆਪਸ਼ਨ ਐਲੀਮੀਨੇਟ ਕਰਤਾ, ਠੀਕ ਹੈ। ਨੈਕਸਟ ਰਾਜੇ, ਨੈਕਸਟ ਆਪਾਂ ਕੀ ਮਾਰਕ ਕਰ ਸਕਦੇ ਹਾਂ ਰਾਜੇ, ਫੋਰਥ ਵੀ ਕਰ ਸਕਦੇ ਆਪਾਂ, ਠੀਕ ਹੈ। ਫੋਰਥ ਕਦੋਂ ਹੋਈ ਸੀ ਰਾਜੇ, ਕਨਿਸ਼ਕ ਦੇ ਅੰਡਰ ਹੋਈ ਸੀਗੀ ਕਸ਼ਮੀਰ ਦੇ ਵਿੱਚ, ਕੁੰਡਲਵਨ, ਕਸ਼ਮੀਰ ਕੁੰਡਲਵਨ ਦੇ ਵਿੱਚ ਹੋਈ ਸੀ ਰਾਜੇ। 98 AD ਵੀ ਕਿਤੇ ਲਿਖਿਆ ਹੁੰਦਾ ਹੈ ਤੇ ਕਿਤੇ 72 AD ਵੀ ਲਿਖਿਆ ਹੁੰਦਾ ਹੈਗਾ, ਠੀਕ ਹੈ। ਦੋਨੇ ਆਪਾਂ ਦੇਖ ਲੈਂਦੇ ਹਾਂ। ਤਾਂ ਫੋਰਥ ਬੁੱਧਿਸਟ ਕਾਉਂਸਲ ਕਸ਼ਮੀਰ ਦੇ ਵਿੱਚ ਹੋਈ ਸੀ, ਡੀ ਦਾ 2, ਤਾਂ ਆਪਣਾ ਆਨਸਰ ਰਾਜੇ ਡੈਫੀਨਿਟਲੀ ਡੀ ਆਏਗਾ, ਠੀਕ ਹੈ। ਹੋਰ ਦੇਖ ਲੈਣਾ ਆਪਾਂ, ਏ ਦਾ 3। ਫਰਸਟ ਬੁੱਧਿਸਟ ਕਾਉਂਸਲ ਕਿਤੇ ਰਾਜਗ੍ਰਹਿ ਦੇ ਵਿੱਚ, ਬਿਲਕੁਲ ਠੀਕ ਹੈ ਜੀ, ਠੀਕ ਹੈ। ਆਜ਼ਾਦ ਸ਼ਤਰੂ ਦੇ ਅੰਡਰ ਹੋਈ ਸੀ ਰਾਜੇ ਇਹ, ਠੀਕ ਹੈ। ਸੈਕਿੰਡ ਬੁੱਧਿਸਟ ਕਾਉਂਸਲ ਹੋਈ ਸੀ ਆਪਣੀ ਵੈਸ਼ਾਲੀ ਦੇ ਵਿੱਚ, ਕਲਾ ਅਸ਼ੋਕ ਦੇ ਅੰਡਰ ਹੋਈ ਸੀ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਬੱਚੇ ਡਿਟੇਲ ਦੇ ਵਿੱਚ, ਆਪਣਾ ਆਨਸਰ ਡੈਫੀਨਿਟਲੀ ਡੀ ਆਏਗਾ, A3 B1 C4 D2। ਚਲੋ, ਤਾਂ ਇਹ ਕੁਛ ਰਾਜੇ ਪੈਟਰਨ ਹੈਗਾ ਆਪਣਾ। ਫਰਸਟ ਬੁੱਧਿਸਟ ਕਾਉਂਸਲ ਜਿਹੜਾ ਪੈਟਰਨ ਸੀ, ਜਿਹੜਾ ਰਾਜਾ ਸੀ ਜਿਹਨੇ ਕਿ ਇਹ ਬੈਠਕ ਬਿਠਵਾਈ ਸੀਗੀ, ਉਹ ਅਜਾਤ ਸ਼ਤਰੂ ਸੀਗਾ। ਜਿਹੜਾ ਵੈਨਿਊ ਸੀ ਰਾਜਗ੍ਰਹਿ ਸੀ, ਜਿਹੜਾ ਚੇਅਰਮੈਨ ਸੀ ਰਾਜੇ ਮਹਾਕਸ਼ਯਪ ਸੀਗਾ। 483 BC ਕਿਹੜਾ ਸਾਲ ਆ ਰਾਜੇ ਇਹ ਉਹੀ ਸਾਲ ਹੈ ਜਦੋਂ ਮਹਾਤਮਾ ਬੁੱਧ ਦੀ ਨਿਰਵਾਣਾ ਹੋਇਆ ਸੀ, ਮਹਾਪਰੀ ਨਿਰਵਾਣਾ ਹੋਇਆ ਸੀ, ਜਾਂ ਡੈਥ ਹੋਈ ਸੀ ਬੇਸਿਕਲੀ, ਠੀਕ ਹੈ। ਮਹਾਤਮਾ ਬੁੱਧ ਦੀ ਜਦੋਂ ਡੈਥ ਹੋਈ ਸੀ ਰਾਜੇ, ਉਸੇ ਸਾਲ ਦੇ ਵਿੱਚ ਪਹਿਲੀ ਜਿਹੜੀ ਆਪਾਂ ਕਾਨਫਰੰਸ ਬੁੱਧਿਸਟ ਕਾਉਂਸਲ ਬਣ ਗਈ ਸੀਗੀ ਆਪਣੀ, ਠੀਕ ਹੈ। ਔਰ ਇਸ ਦੇ ਵਿੱਚ ਕਾਫੀ ਟੈਕਸਟ ਲਿਖੇ ਗਏ ਸੀ ਜਿਹੜੇ ਆਪਣੇ ਵਿਨੇ ਪਿਟਕਾ, ਸੁੱਤ ਪਿਟਕਾ ਪੜ੍ਹਦੇ ਹੁੰਦੇ ਆਪਾਂ, ਤਾਂ ਇਸੇ ਬੁੱਧਿਸਟ ਕਾਉਂਸਲ ਦੇ ਵਿੱਚ ਲਿਖੇ ਗਏ ਸੀ ਉਹ। ਸੈਕਿੰਡ ਰਾਜੇ ਕਦੋਂ ਹੋਈ ਸੀ, 100 ਸਾਲ ਬਾਅਦ ਹੋਈ ਸੀਗੀ, ਕਿਹਦੇ ਅੰਡਰ, ਕਲਾ ਅਸ਼ੋਕ ਅੰਡਰ, ਠੀਕ ਹੈ। ਕਲਾ ਅਸ਼ੋਕ ਅੰਡਰ ਸ਼ਿਸ਼ੂ ਗੰਗਾ ਡਾਇਨੈਸਟੀ ਦਾ ਰੂਲਰ ਸੀ ਬੱਚੇ ਇਹ, ਕਿੱਥੇ ਹੋਈ ਸੀ, ਵੈਸ਼ਾਲੀ ਦੇ ਵਿੱਚ। ਔਰ ਸ਼ਬਕ ਕਮੀ ਜਿਹੜੇ ਕੀ ਸੀ ਇਹਦੇ ਚੇਅਰਮੈਨ ਸੀਗੇ। ਜਿਹੜੇ ਰੂਲਰ ਨੇ ਰਾਜੇ ਕਾਫੀ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਦੇ ਚੇਅਰਮੈਨ ਤੋਂ ਜ਼ਿਆਦਾ ਇੰਪੋਰਟੈਂਟ ਇਹਨਾਂ ਦੇ ਪੈਟਰਨਸ ਨੇਗੇ, ਠੀਕ ਹੈ। ਇਹ ਧਿਆਨ ਰੱਖਣਾ ਤੁਸੀਂ। ਥਰਡ ਬੁੱਧਿਸਟ ਕਾਉਂਸਲ ਬੱਚੇ ਅਸ਼ੋਕ ਵਾਸਤੇ, ਅਸ਼ੋਕ ਦੇ ਅੰਡਰ ਹੋਈ ਸੀ, ਓਬਵੀਅਸ ਜੀ ਗੱਲ ਹੈ, ਠੀਕ ਹੈ। ਮੋਗਲੀ ਪੁੱਤਰ ਇਹਦੇ ਕੀ ਸੀ, ਚੇਅਰਮੈਨ ਸੀ। ਔਰ ਪਾਟਲੀ ਪੁੱਤਰ ਯਾਨੀ ਕਿ ਪਟਨਾ ਦੇ ਵਿੱਚ ਇਹਨਾਂ ਦਾ ਕਿਹੜੀ ਹੈ ਵੈਨਿਊ ਸੀਗਾ, 250 BC, ਠੀਕ ਹੈ। ਫੋਰਥ ਬੁੱਧਿਸਟ ਕਾਉਂਸਲ ਕਨਿਸ਼ਕ ਕੁੰਡਲਵਨ ਕਸ਼ਮੀਰ ਦੇ ਵਿੱਚ, ਔਰ ਵਾਸ਼ੂ ਮਿੱਤਰ ਇਹਦੇ ਕੀ ਸੀ, ਚੇਅਰਮੈਨ ਸੀ। ਇਹ ਇੰਪੋਰਟੈਂਟ ਹੈ ਬੱਚੇ, ਵਾਸ਼ੂ ਮਿੱਤਰ ਕਾਫੀ ਇੰਪੋਰਟੈਂਟ ਨੇਗੇ, ਠੀਕ ਹੈ। ਔਰ ਇਸ ਤੋਂ ਇਲਾਵਾ ਇੱਕ ਹੋਰ ਵੀ ਸੀ ਇੱਥੇ, ਉਹ ਕੌਣ ਸੀ, ਅਸ਼ਵਘੋਸ਼ ਇਹ ਕੌਣ ਸੀ ਰਾਜੇ, ਵਾਈਸ ਚੇਅਰਮੈਨ ਸੀਗੇ। ਇਹ ਵੀ ਕਨਿਸ਼ਕ ਦੀ ਕੋਰਟ ਦੇ ਵਿੱਚ ਸੀ ਦੋਨੋਂ ਜਾਣੇ, ਵਾਸ਼ੂ ਮਿੱਤਰ ਤੇ ਅਸ਼ਵਘੋਸ਼। ਵਾਸ਼ੂ ਮਿੱਤਰ ਇਸ ਕਾਉਂਸਲ ਦੇ ਚੇਅਰਮੈਨ ਸੀ ਔਰ ਅਸ਼ਵਘੋਸ਼ ਇਸ ਕਾਉਂਸਲ ਦੇ ਵਾਈਸ ਚੇਅਰਮੈਨ ਸੀਗੇ, ਠੀਕ ਹੈ। ਤਾਂ ਹੁਣ ਕਈ ਜਗ੍ਹਾ ਤੇ ਬੱਚੇ 72 AD ਲਿਖਿਆ ਇਹਦੀ ਡੇਟ, ਕਈ ਜਗ੍ਹਾ ਤੇ ਜਿਵੇਂ ਕਿ ਲਿਊਸੈਂਟ ਦੇ ਵਿੱਚ 98 AD ਵੀ ਲਿਖਿਆ ਹੋਇਆ, ਠੀਕ ਹੈ। ਬਟ ਮੈਕਸਿਮਮ ਸੋਰਸ ਦੇ ਵਿੱਚ 72 AD ਹੈ, ਤਾਂ ਆਪਾਂ ਇਹਨੂੰ ਥੋੜੀ ਜਿਹੀ ਰੈਲੇਵੈਂਸ ਜ਼ਿਆਦਾ ਦੇਵਾਂਗੇ, ਠੀਕ ਹੈ, 72 AD ਨੂੰ। ਬਟ ਅਗਰ ਤੁਹਾਨੂੰ ਕੁਐਸਚਨ ਦੇ ਵਿੱਚ 98 AD ਵੀ ਆਉਂਦਾ, ਤੁਸੀਂ ਗਲਤ ਨਹੀਂ ਮਾਰਕ ਕਰਨਾ, ਇਹਨੂੰ ਵੀ ਸਹੀ ਮਾਰਕ ਕਰ ਦੇਣਾ, ਠੀਕ ਹੈ। ਪ੍ਰੈਫਰੈਂਸ ਆਪਾਂ 72 AD ਨੂੰ ਦੇਵਾਂਗੇ, ਠੀਕ ਹੈ ਜੀ, ਇਹ ਚੀਜ਼ ਹੈ। ਚਲੋ ਨੈਕਸਟ ਕੁਐਸਚਨ ਬੱਚੇ, ਅਗੇਨ ਬੱਚੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ, ਲੈਣਾ ਹੈ, ਠੀਕ ਹੈ। ਸਕਰੀਨਸ਼ਾਟ ਲੈ ਲਓ, ਇੰਪੋਰਟੈਂਟ ਹੈ ਕਾਫੀ ਇਹ। ਨੈਕਸਟ ਅਗੇਨ ਬੁੱਧਿਸਟ ਹਿਸਟਰੀ ਦੇ ਵਿੱਚ ਕੁਐਸਚਨ ਹੈਗਾ, ਦ ਬੁੱਧਿਸਟ ਲਿਟਰੇਚਰ ਅੰਗੁਤਰਾ ਨਿਕਾਇਆ, ਬਹੁਤ ਇੰਪੋਰਟੈਂਟ ਟੈਕਸਟ ਹੈਗਾ। ਅੰਗੁਤਰਾ ਨਿਕਾਇਆ ਗਿਵਸ ਅ ਲਿਸਟ ਆਫ 16 ਗ੍ਰੇਟ ਕਿੰਗਡਮਸ, 16 ਮਹਾਜਨਪਦਾਸ। ਆਪਾਂ ਨੂੰ ਲੇਟਰ ਵੈਦਿਕ ਏਜ ਦੇ ਵਿੱਚ ਪਤਾ ਬੱਚੇ 500 ਜਾਂ 600 BC ਤੋਂ ਬਾਅਦ 16 ਮਹਾਜਨਪਦਾਸ ਬਣੇ ਸੀਗੇ, ਠੀਕ ਹੈ। ਇਹ ਚੀਜ਼ ਸਾਨੂੰ ਕਿੱਥੋਂ ਪਤਾ ਲੱਗਦੀ ਹੈ, ਇੱਕ ਟੈਕਸਟ ਹੈ, ਬੁੱਧਿਸਟ ਟੈਕਸਟ ਹੈ ਅੰਗੁਤਰਾ ਨਿਕਾਇਆ, ਉੱਥੋਂ ਸਾਨੂੰ ਪਤਾ ਲੱਗਦਾ ਕਿ ਹਾਂਜੀ ਸਾਡੇ ਦੇਸ਼ ਦੇ ਵਿੱਚ ਏਂਸ਼ੀਅੰਟ ਹਿਸਟਰੀ ਦੇ ਵਿੱਚ 16 ਮਹਾਜਨਪਦਾਸ ਸੀਗੇ, ਠੀਕ ਹੈ। ਤਾਂ ਪਹਿਲਾ ਕੁਐਸਚਨ ਤਾਂ ਇਹੀ ਬਣਦਾ ਹੈ ਕਿ ਸਾਨੂੰ ਕਿੱਥੋਂ ਪਤਾ ਲੱਗਦਾ ਕਿ ਸਾਡੇ 16 ਮਹਾਜਨਪਦਾਸ ਸੀ, ਸਾਨੂੰ ਅੰਗੁਤਰਾ ਨਿਕਾਇਆ ਟੈਕਸਟ ਤੋਂ ਪਤਾ ਲੱਗਦਾ ਕਿ ਹਾਂਜੀ ਇਹ ਸਿਸਟਮ ਕੋਈ ਸੀਗਾ ਆਪਣੇ ਇੰਡੀਆ ਦੇ ਵਿੱਚ, ਠੀਕ ਹੈ। ਚਲੋ ਹੁਣ ਕੁਐਸਚਨ ਦੇ ਚੱਲਦੇ ਆ ਬੱਚੇ, ਵਿਚ ਆਫ ਦ ਫੋਲੋਇੰਗ ਇਜ਼ ਸਿਚੁਏਟਡ ਇਨ ਈਸਟਰਨ ਇੰਡੀਆ। ਇਹਨਾਂ ਮਹਾਜਨਪਦਾਸ ਦੇ ਵਿੱਚੋਂ, ਇਹ ਸਾਰੀਆਂ ਮਹਾਜਨਪਦਾਸ ਨੇਗੀਆਂ 5 ਜਿਹੜੀਆਂ 16 ਆਪਾਂ ਪੜ੍ਹਦੇ ਹਾਂ, ਉਹਨਾਂ ਦੇ ਵਿੱਚੋਂ 5 ਬਾਰੇ ਦੱਸਿਆ ਗਿਆ। ਤਾਂ ਇਹਨਾਂ 5 ਦੇ ਵਿੱਚੋਂ ਈਸਟਰਨ ਇੰਡੀਆ ਦੇ ਵਿੱਚ ਕਿਹੜੀਆਂ ਮਹਾਜਨਪਦਾਸ ਸੀਗੀਆਂ, ਠੀਕ ਹੈ। ਨੈਕਸਟ ਸਲਾਈਡ ਦੇ ਵਿੱਚ ਬੱਚੇ ਆਪਾਂ ਮੈਪ ਵੀ ਦੇਖਾਂਗੇ ਥੋੜ੍ਹਾ ਜਿਹਾ, ਠੀਕ ਹੈ। ਬਟ ਥੋੜ੍ਹਾ ਜਿਹਾ ਵੀ ਤੁਹਾਨੂੰ ਆਈਡੀਆ ਹੈਗਾ ਤਾਂ ਆਪਾਂ ਆਨਸਰ ਕਰ ਪਾਵਾਂਗੇ। ਦੇਖੋ ਮਗਧ ਤਾਂ ਸਾਨੂੰ ਪਤਾ ਬੱਚੇ, ਮਗਧ ਤਾਂ ਬਿਹਾਰ ਵਾਲਾ ਰੀਜਨ ਹੈ, ਤਾਂ ਇਹ ਤਾਂ ਈਸਟ ਇੰਡੀਆ ਦੇ ਵਿੱਚ ਡੈਫੀਨੇਟਲੀ ਆ ਰਿਹਾ ਹੈਗਾ, ਠੀਕ ਹੈ। ਤਾਂ 2 ਤਾਂ ਆਏਗਾ, ਇਹ ਤਾਂ ਮੈਂ ਐਲੀਮੀਨੇਟ ਕਰ ਪਾ ਰਿਹਾ ਕਿਉਂਕਿ ਇਹਦੇ ਵਿੱਚ 2 ਨਹੀਂ ਹੈਗਾ। ਕੰਬੋਜ ਨਹੀਂ ਆ ਸਕਦਾ ਬੱਚੇ, ਕੰਬੋਜ ਕਿੱਥੇ ਹੈ, ਨਾਰਥ ਵੈਸਟ ਦੇ ਵਿੱਚ ਹੈ, ਠੀਕ ਹੈ। ਅਫਗਾਨਿਸਤਾਨ ਵਾਲੇ ਇਲਾਕੇ, ਪਾਕਿਸਤਾਨ ਵਾਲੇ ਇਲਾਕੇ ਦੇ ਵਿੱਚ ਹੈ ਕੰਬੋਜ ਤੇ ਗਾਂਧਾਰ। ਇਹ 2 ਜਿਹੜੀਆਂ ਮਹਾਜਨਪਦਾਸ ਨੇਗੀਆਂ ਇਹ ਨਾਰਥ ਵੈਸਟ ਦੇ ਵਿੱਚ ਨੇ, ਤਾਂ 1 ਨਹੀਂ ਆ ਸਕਦਾ। 1 ਇਹਦੇ ਵਿੱਚ ਖਤਮ ਹੋ ਗਿਆ ਬੱਚੇ, ਇਹਦੇ ਵਿੱਚ ਖਤਮ ਹੋ ਗਿਆ, ਤਾਂ ਐਲੀਮੀਨੇਸ਼ਨ ਮੈਥਡ ਦੇ ਨਾਲ ਮੇਰੇ ਕੋਲੇ B ਆਨਸਰ ਆ ਰਿਹਾ ਹੈਗਾ, ਠੀਕ ਹੈ। ਅਸਮਾਕਾ ਵੀ ਨਹੀਂ ਆ ਸਕਦਾ ਕਿਉਂਕਿ ਇਹਦੇ ਵਿੱਚ ਇਹ ਕਿੱਥੇ ਆ ਰਾਜੇ, ਇਹ ਡੈਕਨ ਦੇ ਵਿੱਚ ਆ ਗਿਆ। ਇਹ ਇਕਲੌਤੀ ਐਸੀ ਮਹਾਜਨਪਦਾ ਹੈਗੀ ਹੈ ਜਿਹੜੀ ਕਿ ਆਪਣੇ ਕੋਲੇ ਡੈਕਨ ਦੇ ਵਿੱਚ ਆਉਂਦੀ ਹੈ, ਬਾਕੀ ਸਾਰੀਆਂ ਆਪਣੇ ਕੋਲੇ ਨਾਰਥ ਦੇ ਵਿੱਚ ਨਹੀਂ ਹੈ। ਤਾਂ ਆਪਾਂ ਮੈਪ ਦੇਖਦੇ ਹਾਂ ਬੱਚੇ, ਆਪਣਾ ਆਨਸਰ ਬਿਲਕੁਲ 2, 3, 4 ਹੀ ਆਏਗਾ। ਮਗਧ, ਵੱਜੀ ਕਨਫੈਡਰੇਸੀ ਤੇ ਅੰਗਾ, ਇਹ 3 ਮਹਾਜਨਪਦਾ ਸਾਡੇ ਕੋਲੇ ਈਸਟ ਇੰਡੀਆ ਦੇ ਵਿੱਚ ਆਉਂਦੇ ਨੇਗੇ, ਠੀਕ ਹੈ। ਦੇਖ ਲੈਣੇ ਆਪਾਂ, ਪਹਿਲਾਂ ਦੇਖਦੇ ਹਾਂ ਈਸਟ ਦੇ ਵਿੱਚ ਅੰਗਾ, ਵੱਜੀ ਤੇ ਮਗਧ, ਇਹ ਸਾਡੇ ਕੋਲੇ ਈਸਟ ਇੰਡੀਆ ਦੇ ਵਿੱਚ ਨਹੀਂ, ਤਾਂ ਆਪਣਾ ਆਨਸਰ ਤਾਂ ਬਣ ਗਿਆ 2, 3, 4। ਹੁਣ ਅਸਮਕਾ ਜਾਂ ਅਸਕਾਰਾ ਜੀ, ਇਹ ਕਿੱਥੇ ਹੈ, ਇਹ ਡੈਕਨ ਦੇ ਵਿੱਚ ਹੈ, ਠੀਕ ਹੈ। ਗੋਦਾਵਰੀ ਤੋਂ ਨੀਚੇ ਹੈਗੀ ਹੈ ਬੇਸਿਕਲੀ ਇਹ।
ਤਾਂ ਇਹ ਵੀ ਨਹੀਂ ਆ ਸਕਦਾ ਰਾਜੇ ਕਿਉਂਕਿ ਇਹ ਡੈਕਨ ਦੇ ਵਿੱਚ ਆ ਗਿਆ, ਠੀਕ ਹੈ, ਤਾਂ ਇਹ ਆਨਸਰ ਨਹੀਂ ਹੋ ਸਕਦਾ। ਔਰ ਕੰਬੋਜ ਵੀ ਨਹੀਂ ਹੋ ਸਕਦਾ। ਕੰਬੋਜ ਤੇ ਗਾਂਧਾਰ ਇਹ ਨਾਰਥ ਵੈਸਟ ਦੇ ਵਿੱਚ ਨੇਗੀਆਂ, ਠੀਕ ਹੈ ਜੀ। ਤਾਂ ਬਿਲਕੁਲ ਆਪਣਾ ਆਨਸਰ ਰਾਜੇ ਇਹੀ ਆਣਾ ਸੀਗਾ, ਵੱਜੀ, ਮਗਧ ਤੇ ਅੰਗਾ, ਜਿਹੜੇ ਕਿ ਈਸਟ ਇੰਡੀਆ ਦੇ ਵਿੱਚ ਨੇ। ਤਾਂ ਜਿਵੇਂ ਮੈਂ ਕਹਿ ਰਿਹਾ ਸੀ ਕਿ 600 BC ਤੋਂ ਬਾਅਦ ਆਪਣੇ ਕੋਲੇ 16 ਮਹਾਜਨਪਦਾਸ ਆਏ ਸੀਗੇ। ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਲਓ, ਇਹ ਲੈ ਲੈਣਾ ਜੀ। ਚਲੋ ਨੈਕਸਟ ਕੁਐਸਚਨ। ਹੁਣ ਬੱਚੇ ਅਗੇਨ ਏਂਸ਼ੀਅੰਟ ਦੇ ਵਿੱਚੋਂ ਹੀ ਕੁਐਸਚਨ ਹੈ ਤੇ ਪੁੱਛਿਆ ਜਾ ਰਿਹਾ ਆਪਣੇ ਦੇਸ਼ ਦੇ ਵਿੱਚ ਰਾਜੇ ਕਈ ਫੋਰਨ ਟਰੈਵਲਰਸ ਆਏ ਨੇ। ਸਾਡਾ ਦੇਸ਼ ਹਮੇਸ਼ਾ ਇੱਕ ਨੌਲੇਜ ਸੋਰਸ ਰਿਹਾ ਲੋਕਾਂ ਵਾਸਤੇ, ਦੁਨੀਆ ਵਾਸਤੇ, ਤੇ ਦੁਨੀਆ ਦੇ ਡਿਫਰੈਂਟ ਟਰੈਵਲਰ ਸਾਡੇ ਦੇਸ਼ ਦੇ ਵਿੱਚ ਨੌਲੇਜ ਗੇਨ ਕਰਨ ਵਾਸਤੇ, ਪੜ੍ਹਾਈ ਕਰਨ ਵਾਸਤੇ ਆਉਂਦੇ ਰਹੇ ਨੇ ਟਾਈਮ ਟੂ ਟਾਈਮ, ਠੀਕ ਹੈ। ਹੁਣ ਉਹੀ ਪੁੱਛ ਰਿਹਾ ਬੱਚੇ ਕਿਹੜੇ ਰਾਜੇ ਦੇ ਟਾਈਮ ਦੇ ਵਿੱਚ ਕਿਹੜਾ ਫੋਰਨ ਟਰੈਵਲਰ ਆਇਆ ਸੀ। ਤਾਂ ਪੁੱਛ ਰਿਹਾ ਬੱਚੇ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਕੀ ਮੈਗਾਸਥਨੀਜ਼ ਸੀਗਾ। ਕੁਐਸਚਨ ਕੀ ਹੈ, ਕੰਸੀਡਰ ਦ ਫੋਲੋਇੰਗ ਪੇਅਰ ਵਿਚ ਅਬਵ ਪੇਅਰ ਇਜ਼ ਕਰੈਕਟਲੀ ਮੈਚਡ। ਕਰੈਕਟਲੀ ਪੁੱਛਿਆ ਬੱਚੇ, ਤਾਂ ਇਹ ਤਾਂ ਬਿਲਕੁਲ ਇਨਕਰੈਕਟ ਹੈ ਬੱਚੇ, ਕਿਉਂਕਿ ਮੈਗਾਸਥਨੀਜ਼ ਕਿਹੜੇ ਟਾਈਮ ਦੇ ਆਇਆ ਸੀਗਾ, ਚੰਦਰਗੁਪਤ ਮੌਰਿਆ ਦੇ ਟਾਈਮ ਤੇ ਆਇਆ ਸੀਗਾ, ਮੌਰਿਆ ਡਾਇਨੈਸਟੀ, ਠੀਕ ਹੈ, 326 BC ਤੋਂ ਅਰਾਊਂਡ ਆਇਆ ਸੀਗਾ ਇਹ, ਠੀਕ ਹੈ। ਬਟ ਹਰਸ਼ਵਰਧਨ ਦਾ ਟਾਈਮ ਕਿਹੜਾ ਬੱਚੇ, ਇਹ 7ਵੀਂ ਸਦੀ ਹੈਗਾ, ਠੀਕ ਹੈ, 600 AD ਤੋਂ ਬਾਅਦ ਹੈਗਾ, ਠੀਕ ਹੈ। ਔਰ ਮੈਗਾਸਥਨੀਜ਼ ਦਾ ਬੱਚੇ ਆਇਆ ਚੰਦਰਗੁਪਤ ਮੌਰਿਆ ਦੇ ਟਾਈਮ ਦੇ ਵਿੱਚ। ਹਰਸ਼ਵਰਧਨ ਦੇ ਟਾਈਮ ਦੇ ਵਿੱਚ ਕੌਣ ਆਇਆ ਸੀਗਾ, ਹਿਊਨ ਸੈਂਗ ਆਇਆ ਸੀਗਾ, ਹਿਊਨ ਸੈਂਗ ਜਿਹੜਾ ਕਿ ਉਹ ਹਰਸ਼ਵਰਧਨ ਦੇ ਟਾਈਮ ਦੇ ਵਿੱਚ ਆਇਆ ਸੀ 600 AD ਤੋਂ ਬਾਅਦ, ਠੀਕ ਹੈ ਜੀ। ਤਾਂ ਇਹ ਆਪਸ਼ਨ ਤਾਂ ਨਹੀਂ ਆ ਸਕਦਾ, ਇਹ ਨਹੀਂ ਆ ਸਕਦਾ ਬੱਚੇ, ਠੀਕ ਹੈ। 2 3 ਜਾਂ 2 and 3, ਤਾਂ ਮਤਲਬ 2 ਤਾਂ ਦੋਨਾਂ ਦੇ ਵਿੱਚ ਕਾਮਨ ਹੈ ਡੈਫੀਨਿਟਲੀ। ਇਹ ਤਾਂ ਮੈਂ ਜੇ ਨਾ ਵੀ ਪੜ੍ਹਾਂ ਤਾਂ ਇਹ ਸਹੀ ਹੋਊਗਾ ਇਹਦਾ ਮਤਲਬ, ਠੀਕ ਹੈ। ਤਾਂ ਸਿਰਫ ਮੈਂ 3rd ਪੜ੍ਹ ਲੈਣਾ। ਥੋਮਸ ਰੋ ਰਾਜੇ ਇਹ ਵੀ ਗਲਤ ਹੈ। ਥੋਮਸ ਰੋ ਕਿਹਦੇ ਕੋਰਟ ਦੇ ਵਿੱਚ ਆਏ ਸੀ, ਇਹ ਜਹਾਂਗੀਰ ਦੀ ਕੋਰਟ ਦੇ ਵਿੱਚ ਆਇਆ ਸੀਗਾ, ਠੀਕ ਹੈ। ਅੰਗਰੇਜ਼ ਦਾ ਅੰਬੈਸਡਰ ਸੀਗਾ ਅੰਗਰੇਜ਼ਾਂ ਦਾ, ਤਾਂ ਜਹਾਂਗੀਰ ਦੇ ਕੋਰਟ ਦੇ ਵਿੱਚ ਆਏ ਸੀ, ਤਾਂ ਇਹ ਵੀ ਗਲਤ ਹੈ। ਆਪਣਾ ਆਨਸਰ ਰਾਜੇ 2 ਓਨਲੀ ਆਏਗਾ, ਠੀਕ ਹੈ। ਕੀ ਹੈ ਇਹ ਦੇਖ ਲੈਣਾ ਆਪਾਂ ਹੁਣ। ਫਾਹੀਆਨ ਚੰਦਰਗੁਪਤ 2 ਵਿਕਰਮ ਆਦਿਤਿਆ ਦੇ ਟਾਈਮ ਦੇ ਵਿੱਚ ਆਏ ਸੀ, ਬਿਲਕੁਲ ਸਹੀ ਹੈ ਰਾਜੇ, ਠੀਕ ਹੈ। ਜਿਹੜਾ ਫਾਹੀਆਨ ਸੀਗਾ ਇਹ ਚੰਦਰਗੁਪਤ 2 ਵਿਕਰਮ ਆਦਿਤਿਆ ਜਿਹੜੇ ਕਿ ਸਾਡੇ ਗੁਪਤਾ ਵੰਸ਼ ਦੇ ਰੂਲਰ ਸੀਗੇ, ਉਹਨਾਂ ਦੇ ਟਾਈਮ ਤੇ ਫਾਹੀਆਨ ਆਇਆ ਸੀਗਾ, ਬਿਲਕੁਲ ਠੀਕ ਹੈ ਜੀ। ਤਾਂ ਆਨਸਰ ਆਪਣਾ 2 ਓਨਲੀ ਆਏਗਾ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ, ਆਈ ਥਿੰਕ ਲਾਸਟ ਕੁਐਸਚਨ ਹੈ ਬੱਚੇ ਅੱਜ ਦਾ। ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਜਿਹਨੂੰ EIA ਅਸੀਂ ਕਹਿੰਦੇ ਨੇ ਕਾਮਨ ਪਾਰਲੈਂਸ ਦੇ ਵਿੱਚ, ਇਜ਼ ਮੈਂਡੇਟਰੀ ਅੰਡਰ ਵਿਚ ਆਫ ਦ ਫੋਲੋਇੰਗ ਇੰਡੀਅਨ ਲੈਜਿਸਲੇਸ਼ਨ। EIA ਰਾਜੇ ਇੱਕ ਤਰ੍ਹਾਂ ਦਾ ਰਾਜੇ ਕੀ ਹੈ, ਦੇਖੋ ਨਾਮ ਤੋਂ ਪਤਾ ਲੱਗ ਰਿਹਾ, ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ। ਮਤਲਬ ਕੋਈ ਵੀ ਰਾਜੇ ਜਦੋਂ ਕੋਈ ਨਵਾਂ ਪ੍ਰੋਜੈਕਟ ਬਣਦਾ, ਕੋਈ ਇੰਡਸਟਰੀ ਬਣਦੀ ਹੈ ਮੰਨ ਲਓ, ਠੀਕ ਹੈ, ਕੋਈ ਫੈਕਟਰੀ ਬਣ ਰਹੀ ਹੈ, ਤਾਂ ਇਸ ਇੰਡਸਟਰੀ ਦਾ ਇਨਵਾਇਰਮੈਂਟ ਦੇ ਉੱਪਰ ਕੀ ਇਫੈਕਟ ਹੋਊਗਾ। ਕੋਈ ਇੰਡਸਟਰੀ ਪੋਲੂਸ਼ਨ ਕਰੂਗੀ, ਓਬਵੀਅਸਲੀ ਗੱਲ ਹੈ, ਪਾਣੀ ਗੰਦਾ ਕਰੂਗੀ, ਰੀਵਰ ਦਾ ਪਾਣੀ ਯੂਜ਼ ਕਰੂਗੀ, ਲੈਂਡ ਯੂਜ਼ ਕਰੂਗੀ, ਤਾਂ ਡੈਫੀਨਿਟਲੀ ਇਨਵਾਇਰਮੈਂਟ ਦੇ ਉੱਪਰ ਕੋਈ ਨਾ ਕੋਈ ਐਡਵਰਸ ਇਫੈਕਟ ਹੋਊਗਾ ਹੀ ਹੋਊਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਇਹ ਇੰਪੈਕਟ ਕਿੰਨਾ ਕੁ ਹੋਊਗਾ, ਕਿੰਨਾ ਕੁ ਸਵੀਅਰ ਹੋਊਗਾ, ਕਿੰਨਾ ਕੁ ਘੱਟ ਹੋਊ, ਕਿੰਨਾ ਕੁ ਵੱਧ ਹੋਊਗਾ, ਇਹਦਾ ਸਾਰੀ ਐਨਾਲਿਸਿਸ ਆਪਾਂ ਨੂੰ ਕਰਨੀ ਪਊਗੀ ਬਿਫੋਰ ਸੈਟਿੰਗ ਅਪ ਦਾ ਇੰਡਸਟਰੀ, ਠੀਕ ਹੈ। ਔਰ ਇਹੀ ਸਾਰੇ ਐਨਾਲਿਸਿਸ ਨੂੰ ਅਸੀਂ ਕੀ ਕਹਿੰਦੇ ਬੱਚੇ, ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ, ਕਿ ਜਦੋਂ ਇਹ ਇੰਡਸਟਰੀ ਬਣ ਗਈ ਉਦੋਂ ਬਾਅਦ 'ਚੋਂ ਇਨਵਾਇਰਮੈਂਟ ਦੇ ਉੱਪਰ ਕੀ ਇੰਪੈਕਟ ਬਣੂਗਾ, ਠੀਕ ਹੈ। ਇਹਦੀ ਸਾਨੂੰ ਅਸੈਸਮੈਂਟ ਕਰਨੀ ਪੈਂਦੀ ਹੈ, ਇਹ ਮੈਂਡੇਟਰੀ ਹੈਗੀ ਹੈ ਕਿਸੇ ਵੀ ਇੰਡਸਟਰੀ ਨੂੰ ਇਸਟੈਬਲਿਸ਼ ਕਰਨ ਤੋਂ ਪਹਿਲਾਂ, ਠੀਕ ਹੈ, ਮੈਂਡੇਟਰੀ ਹੈ। ਤਾਂ ਕਿਹੜੇ ਲਾਅ ਦੇ ਅੰਡਰ ਮੈਂਡੇਟਰੀ ਹੈ ਰਾਜੇ, ਉਹ ਹੈਗੀ ਹੈ D ਆਪਸ਼ਨ ਆਨਸਰ ਆਏਗਾ ਆਪਣਾ, ਇਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ 1986। EPA 1986 ਦੇ ਅੰਡਰ ਸਾਡੇ ਕੋਲੇ EIA ਜਿਹੜੀ ਦੀ ਪੋਲਿਸੀ ਹੈਗੀ ਹੈ, ਜਿਹੜੀ ਇਹਦੀ ਰੈਗੂਲੇਸ਼ਨ ਹੈ, ਇੰਪੋਰਟੈਂਟ ਹੈ ਕਿ ਸਾਨੂੰ ਕੋਈ ਵੀ ਇੰਡਸਟਰੀ ਵਗੈਰਾ ਸੈਟਅਪ ਕਰਨ ਤੋਂ ਪਹਿਲਾਂ ਇਹਦੀ EIA ਕਰਵਾਉਣੀ ਪਊਗੀ ਐਕਸਪਰਟਸ ਤੋਂ ਕਿ ਹਾਂਜੀ ਇੰਡਸਟਰੀ ਸੈਟਅਪ ਹੋਣ ਤੋਂ ਬਾਅਦ ਅਸੀਂ ਇਨਵਾਇਰਮੈਂਟ ਨੂੰ ਕਿੰਨਾ ਇੰਪੈਕਟ ਕਰਾਂਗੇ। ਔਰ ਫਿਰ ਇਹਦੀ ਅਸੈਸਮੈਂਟ ਕਰਕੇ ਸਾਨੂੰ ਕੁਛ ਨਾ ਕੁਛ ਫੇਰ ਬਦਲ ਵੀ ਕਰਨਾ ਪਊਗਾ ਤਾਂ ਕਿ ਜਿਹੜਾ ਇੰਪੈਕਟ ਹੈ ਉਹ ਮਿਨੀਮਮ ਰੱਖ ਸਕੀਏ। ਦੇਖੋ ਖਤਮ ਤਾਂ ਨਹੀਂ ਕਰ ਸਕਦੇ ਬਟ ਇੰਪੈਕਟ ਨੂੰ ਮਿਨੀਮਮ ਰੱਖ ਸਕੀਏ, ਉੱਦਾਂ ਦਾ ਆਪਾਂ ਨੂੰ ਕੁਛ ਕਰਨਾ ਪਊਗਾ, ਠੀਕ ਹੈ। ਤਾਂ ਇਹਦਾ ਆਨਸਰ ਆਏਗਾ ਜੀ EPA 1986। ਬੱਚੇ 2020 ਦੇ ਵਿੱਚ ਜਿਹੜੀ ਇਹ ਸਭ ਤੋਂ ਪਹਿਲਾਂ ਤਾਂ ਦੇਖੋ 2006 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਹੁਣ ਤੱਕ ਚੱਲਦੀ ਆ ਰਹੀ ਸੀਗੀ, ਪਹਿਲਾਂ 1990s ਦੇ ਵਿੱਚ ਸੀਗੀ, ਫਿਰ 2006 ਦੇ ਵਿੱਚ ਅਮੈਂਡਮੈਂਟ ਹੋਈ ਸੀਗੀ, ਤੇ ਹੁਣ 2020 ਦੇ ਵਿੱਚ ਰਾਜੇ ਇੱਕ ਡਰਾਫਟ ਹੋਰ ਆਇਆ ਸੀਗਾ ਜਿਹੜੀ ਕਿ 2006 ਵਾਲੀ ਨੋਟੀਫਿਕੇਸ਼ਨ ਨੂੰ ਅਮੈਂਡਮੈਂਟ ਕਰਨਾ ਚਾਹੁੰਦੀ ਸੀਗੀ। ਤੇ 2020 ਵਾਲੇ ਡਰਾਫਟ ਦੀ ਜਿਹੜੀ ਮੋਦੀ ਸਰਕਾਰ ਲੈ ਕੇ ਆਈ ਹੈ, ਇਹਦੀ ਕਾਫੀ ਕ੍ਰਿਟਿਸਿਜ਼ਮ ਹੋਈ ਹੈ। ਜਿਹੜੇ ਇਨਵਾਇਰਮੈਂਟਲਿਸਟ ਨੇਗੇ ਉਹ ਕਾਫੀ ਇਹਦੀ ਕ੍ਰਿਟਿਸਿਜ਼ਮ ਕਰ ਰਹੇ ਸੀ ਵੀ ਤੁਸੀਂ ਗਲਤ ਕੀਤਾ ਇਹ, ਤੁਸੀਂ ਇਹਦੇ ਨਾਲ ਇਨਵਾਇਰਮੈਂਟ ਨੂੰ ਜ਼ਿਆਦਾ ਹਾਰਮ ਕਰੋਗੇ, ਠੀਕ ਹੈ, ਜਿਹੜਾ 2020 ਵਾਲਾ ਡਰਾਫਟ ਹੈ। ਤਾਂ ਇਸ ਕਰਕੇ EIA ਵਾਲਾ ਕੁਐਸਚਨ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਕਾਫੀ ਕਰੰਟ ਅਫੇਅਰ ਦੇ ਵਿੱਚ ਰਿਹਾ ਸੀ ਲਾਸਟ ਈਅਰ ਇਹ, ਠੀਕ ਹੈ। ਚਲੋ ਜਿਹੜਾ WPA ਕਦੋਂ ਹੋਇਆ ਸੀ ਰਾਜੇ, ਇਹ 1972 ਦੇ ਵਿੱਚ, ਠੀਕ ਹੈ, ਇਹਦੀ ਡੇਟ ਵੀ ਇੰਪੋਰਟੈਂਟ ਹੈ। ਚਲੋ ਤਾਂ ਰਾਜੇ ਇਹੀ ਸੀ ਆਪਣੇ ਅੱਜ ਦੇ ਸੈਸ਼ਨ ਦੇ ਵਿੱਚ। ਤਾਂ ਅਗੇਨ ਥੋੜੀ ਇਨਫੋਰਮੇਸ਼ਨ ਹੋਰ ਹੈ, PTET ਤੇ CTET ਦੇ ਕੋਰਸਿਸ ਤੋਂ ਇਲਾਵਾ ਰਾਜੇ ਸਾਰੇ ਹੀ ਪੰਜਾਬ ਐਗਜ਼ਾਮ ਦੇ ਜਿਹੜੇ ਕੋਰਸਿਸ ਦੇ ਬੈਚਿਸ ਚੱਲ ਰਹੇ ਨੇਗੇ। ਪੰਜਾਬ ਪੁਲਿਸ SI ਕਾਂਸਟੇਬਲ ਦੇ ਜਿਹੜੇ ਬੈਚਿਸ ਨੇ ਅੱਛੀ ਤਰ੍ਹਾਂ ਚੱਲ ਰਹੇ ਨੇ, ਨਵੇਂ ਬੈਚਿਸ ਵੀ ਸਟਾਰਟ ਹੋਣ ਵਾਲੇ ਨੇ, ਜਿਹਦੇ ਵਿੱਚ ਰਾਜੇ ਦੇਖੋ ਅਗਰ ਤੁਸੀਂ ਲਾਈਵ ਕਲਾਸਿਸ ਲਗਾਉਣੀਆਂ ਨੇ ਲਾਈਵ ਉਹ ਵੀ ਆਪਸ਼ਨ ਹੈਗਾ, ਅਗਰ ਆਫਲਾਈਨ ਕਲਾਸਿਸ ਲਗਾਉਣੀਆਂ ਨੇ ਉਹ ਵੀ ਆਪਸ਼ਨ ਹੈਗਾ,
ਅਗਰ ਰਿਕਾਰਡਡ ਲੈਕਚਰ ਲੈਣੇ ਨੇ ਤਾਂ ਜੀ ਸਾਰੇ ਆਪਸ਼ਨ ਹੈਗੇ ਨੇ, ਠੀਕ ਹੈ। ਈਵਨ ਅਗਰ ਤੁਸੀਂ ਕਲਾਸਿਸ ਨਹੀਂ ਵੀ ਲਗਾਣੀ, ਅਗਰ ਸੈਲਫ ਸਟੱਡੀ ਕਰਨੀ ਹੈ ਤਾਂ ਤੁਸੀਂ ਅਗਰ ਕੱਲਾ ਸਟੱਡੀ ਮਟੀਰੀਅਲ ਵੀ ਐਡਮਾਇਰ ਕਰਦੇ ਹੋ ਤਾਂ ਤੁਹਾਨੂੰ ਕੱਲਾ ਸਟੱਡੀ ਮਟੀਰੀਅਲ ਵੀ ਮਿਲ ਜਾਏਗਾ। ਹਰ ਕੋਈ ਆਪਸ਼ਨ ਤੁਹਾਨੂੰ ਕਰੀਅਰ ਦੇਣ ਲਈ ਤਿਆਰ ਆ ਬੱਚੇ, ਤੁਹਾਡੇ ਨੀਡਸ ਦੇ ਅਕੋਰਡਿੰਗ, ਠੀਕ ਹੈ। ਅਸੀਂ ਤੁਹਾਡੇ ਉੱਪਰ ਇੰਪੋਜ਼ ਨਹੀਂ ਕਰਨਾ ਵੀ ਸਾਡੇ ਕੋਲ ਇਹੀ ਚੀਜ਼ਾਂ ਲੈਣੀਆਂ ਲਓ, ਨਹੀਂ ਨਾ ਲਓ। ਤੋ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਤੁਸੀਂ ਉਹ ਅਵੇਲ ਕਰ ਸਕਦੇ ਹੋ ਬਿਲਕੁਲ ਨੋਮੀਨਲ ਪ੍ਰਾਈਸਿਸ ਦੇ ਵਿੱਚ ਰਾਜੇ, ਠੀਕ ਹੈ। ਔਰ ਕੋਂਬੋ ਪ੍ਰਾਈਸ ਦੇ ਵਿੱਚ ਕੋਂਬੋ ਬੈਚ ਸਾਡਾ ਕੋਂਬੋ ਇੱਕ ਆਫਰ ਹੈਗਾ, ਉਹਦੇ ਵਿੱਚ ਐਵਰੀਥਿੰਗ ਕੰਪਲੀਟ ਹੈਗੀ ਹੈ, ਠੀਕ ਹੈ। ਬੁੱਕਸ, ਟੈਸਟ ਸੀਰੀਜ਼, ਹੋਰ ਵੀ ਲਾਈਵ ਆਫਲਾਈਨ ਸਾਰੀ ਕਲਾਸਿਸ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। 7 ਬੁੱਕਸ ਨੇ ਬੱਚੇ ਇਹਦੇ ਵਿੱਚ, ਟੈਸਟ ਸੀਰੀਜ਼ ਮਿਲ ਜਾਏਗੀ ਔਰ ਬੜੇ ਹੀ ਨੋਮੀਨਲ ਪ੍ਰਾਈਸ ਦੇ ਉੱਪਰ, ਠੀਕ ਹੈ। ਤੁਸੀਂ ਉਹਨੂੰ ਜਦੋਂ ਮਰਜ਼ੀ ਅਵੇਲ ਕਰ ਸਕਦੇ ਹੋ। ਈਵਨ ਰਾਜੇ ਇੰਗਲਿਸ਼, ਪੰਜਾਬੀ ਮੀਡੀਅਮ ਸਾਰੇ ਵਿੱਚ ਕੋਰਸਿਸ ਮਿਲਣਗੇ ਤੁਹਾਨੂੰ, ਰਿਕਾਰਡਡ ਕਲਾਸਿਸ। ਕੋਈ ਵੀ ਜਿਹੜਾ ਇੰਸਟੀਟਿਊਟ ਹੈ ਰਿਕਾਰਡਡ ਕਲਾਸਿਸ ਪ੍ਰੋਵਾਈਡ ਨਹੀਂ ਕਰਦਾ, ਬਟ ਕਰੀਅਰ ਐਜ ਤੁਹਾਨੂੰ ਪ੍ਰੋਵਾਈਡ ਕਰੇਗਾ ਰਾਜੇ, ਠੀਕ ਹੈ। ਚਲੋ ਬਾਕੀ ਤੁਹਾਡੀ ਆਪਣੀ ਵਿਲ ਹੈਗੀ ਹੈ, ਤੁਹਾਡੀ ਆਪਣੀ ਜਿਹੜੀ ਅੰਡਰਸਟੈਂਡਿੰਗ ਹੈਗੀ ਹੈ। ਔਰ ਜੋ ਵੀ ਤੁਸੀਂ ਐਗਜ਼ਾਮ ਦੀ ਤਿਆਰੀ ਕਰਨੀ ਹੈ ਉਹਦੇ ਵਾਸਤੇ ਕੰਪਰੋਮਾਈਜ਼ ਨਹੀਂ ਕਰਨਾ। ਜੋ ਵੀ ਤੁਹਾਨੂੰ ਲੱਗਦਾ ਕਿ ਜਲਦੀ ਕਰਨਾ, ਲੇਟ ਕਰਨਾ ਹੈ, ਤਾਂ ਜਲਦੀ ਤੁਸੀਂ ਆਪਣਾ ਉਹਨੂੰ ਡਿਸੀਜਨ ਲੈ ਲਓ। ਕਿਤੋਂ ਵੀ ਤੁਸੀਂ ਜੁਆਇਨ ਕਰਨਾ ਹੈ, ਚਾਹੇ ਕਰੀਅਰ ਐਜ ਹੈ, ਚਾਹੇ ਕੋਈ ਹੋਰ ਪਲੈਟਫਾਰਮ ਹੈ, ਉਹਨੂੰ ਜੁਆਇਨ ਕਰੋ ਅਤੇ ਆਪਣੀ ਤਿਆਰੀ ਨੂੰ ਫੁੱਲਫਿਲ ਕਰੋ, ਠੀਕ ਹੈ ਜੀ। ਚਲੋ ਬੱਚੇ, ਮਿਲਦੇ ਹਾਂ ਨੈਕਸਟ ਲੈਕਚਰ ਨੈਕਸਟ ਕਿਸੇ ਹੋਰ ਸੀਰੀਜ਼ ਦੇ ਵਿੱਚ। ਇਹ ਸਾਡੀ ਪੀਟੈਟ ਦੀ ਸੀਰੀਜ਼ ਸੀ ਜਿਹਦੇ ਵਿੱਚ ਅਸੀਂ 5 ਲੈਕਚਰ ਸੀਰੀਜ਼ ਲੈ ਕੇ ਆਏ ਸੀਗੇ, ਠੀਕ ਹੈ। MCQ ਕੀਤੇ ਨੇ ਆਪਣੇ, ਪ੍ਰੀਵੀਅਸ ਈਅਰ ਕੁਐਸਚਨ ਕੀਤੇ ਨੇ। ਤਾਂ ਹੁਣ ਹੋਰ ਨੈਕਸਟ ਟਾਈਮ ਕੋਈ ਹੋਰ ਸੀਰੀਜ਼ ਲੈ ਕੇ ਆਵਾਂਗੇ। ਕੋਈ ਹੋਰ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਹਮੇਸ਼ਾ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ 9551500041। ਠੀਕ ਹੈ ਬੱਚੇ, ਮਿਲਦੇ ਹਾਂ ਨੈਕਸਟ ਟਾਈਮ, ਟੇਕ ਕੇਅਰ।